ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 113 ਤੇ ਵਿਚਾਲੇ ਜੇ ਕਰਕੇ ਨੰਬਰ 5। ਸੱਚੇ ਬਾਝੋਂ ਕੋ ਅਵਰ ਨ ਦੂਆ, ਦੂਜੈ ਲਾਗ ਜਗ ਖਪ ਖਪ ਮੂਆ। ਗੁਰਮੁਖ ਹੋਵੇ ਸੋ ਏਕੋ ਜਾਣੇ, ਏਕੋ ਸੇਵ ਸੁਖ ਪਾਵਣੇ। ਸੱਚੇ ਬੱਝ ਪਰਮਾਤਮਾ ਤੋਂ ਬਿਨਾ ਕੋ ਅਵਰ ਨ ਦੂਆ, ਕੋਈ ਹੋਰ ਦੂਜਾ ਹੈ ਹੀ ਨਹੀਂ। ਪਰਮਾਤਮਾ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ। ਇਹ ਮਨੁੱਖ ਪਰਮਾਤਮਾ ਨੂੰ ਛੱਡ ਕੇ ਦੂਜੇ ਲਾਗ ਜਬ ਖਪ ਖਪ ਮੂਆ, ਦੂਜੇ ਤੋਂ ਭਾਵ ਤੇ ਮਾਇਆ। ਹੁਣ ਜਿਹੜਾ ਰੱਬ ਨੂੰ ਦਾ ਨਾਮ ਨਹੀਂ ਜਪੇਗਾ, ਰੱਬ ਵਾਲੇ ਪਾਸੇ ਨਹੀਂ ਆਵੇਗਾ, ਫਿਰ ਦੂਜਾ ਪਾਸਾ ਮਾਇਆ ਦਾ। ਫਿਰ ਕਹਿੰਦਾ ਮਾਇਆ ਨਾਲ ਲੱਗ ਕੇ ਇਹ ਜਿਹੜਾ ਸੰਸਾਰ ਹੈ ਖਪ ਖਪ ਕੇ ਮਰ ਜਾਂਦਾ ਹੈ, ਦੁਖੀ ਹੋ ਕੇ ਮਰ ਜਾਂਦਾ ਹੈ। ਕਿਉਂਕਿ ਸੁੱਖ ਦੇ ਨਾਮ 'ਚ ਸੀ, ਸੁੱਖ ਨਾਮ ਵਾਲੇ ਪਾਸੇ ਆਉਂਦਾ ਨਹੀਂ, ਮਾਇਆ ਇਕੱਠੀ ਕਰਨ 'ਤੇ ਲੱਗਾ ਰਹਿੰਦਾ ਹੈ। ਗੁਰਮੁਖ ਹੋਵੇ ਸੋ ਏਕੋ ਜਾਣੇ। ਜਿਹੜਾ ਗੁਰਮੁਖ ਹੁੰਦਾ ਉਹ ਇੱਕ ਪਰਮਾਤਮਾ ਨੂੰ ਜਾਣਦਾ ਹੈ। ਏਕੋ ਸੇਵ ਸੁਖ ਪਾਵਣੇ, ਉਸ ਇੱਕ ਪਰਮਾਤਮਾ ਦਾ ਸਿਮਰਨ ਕਰਕੇ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਜਿਹੜਾ ਸੁੱਖ ਹੈ ਇਹ ਤਾਂ ਪਰਮਾਤਮਾ ਦੇ ਨਾਮ ਵਿੱਚ ਹੈ। ਇਸ ਗੱਲ ਦਾ ਪਤਾ ਸਿਰਫ ਗੁਰਮੁਖ ਨੂੰ ਹੈ। ਭਾਵ ਜਿਹੜਾ ਗੁਰੂ ਦੇ ਆਖੇ ਲੱਗਦਾ ਹੈ, ਜਿਹੜਾ ਗੁਰਬਾਣੀ ਨੂੰ ਮੰਨਦਾ ਹੈ, ਉਹਨੂੰ ਪਤਾ ਹੈ ਕਿ ਸੁੱਖ ਦੇਣ ਵਾਲਾ ਤਾਂ ਇੱਕ ਪਰਮਾਤਮਾ ਹੀ ਹੈ। ਇਸ ਲਈ ਉਹ ਇੱਕ ਪਰਮਾਤਮਾ ਦਾ ਸਿਮਰਨ ਕਰ ਕਰਕੇ ਸੁੱਖ ਪਾਉਂਦਾ ਹੈ। ਜੀ ਜੰਤ ਸਭ ਸ਼ਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ। ਅਣ ਦਿਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣੇ। ਹੇ ਪਰਮਾਤਮਾ, ਇਹ ਸਾਰੇ ਜੀਵ ਜੰਤ ਤੇਰੀ ਸ਼ਰਨ 'ਚ ਨੇ, ਇਹ ਸਾਰੇ ਤੇਰੇ ਹੁਕਮ 'ਚ ਨੇ। ਕਿਉਂਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਭ ਪਰਮਾਤਮਾ ਦੇ ਹੁਕਮ ਜਿੰਨੇ ਜੀਵ ਜੰਤੂ ਨੇ। ਆਪੇ ਧਰ ਦੇਖੈ ਕੱਚੀ ਪੱਕੀ ਸਾਰੀ। ਆਪ ਹੀ ਇਹਨਾਂ ਵਿੱਚੋਂ ਕੌਣ ਕੱਚਾ ਹੈ, ਕੌਣ ਪੱਕਾ ਹੈ, ਪਰ ਕੌਣ ਮਨਮੁਖ ਹੈ, ਕੌਣ ਗੁਰਮੁਖ ਹੈ, ਇਹ ਤੂੰ ਆਪ ਹੀ ਪਰਖਦਾ, ਆਪ ਹੀ ਦੇਖਦਾ। ਕੱਚਾ ਪਾ ਮਨਮੁਖ, ਪੱਕਾ ਪਾ ਗੁਰਮੁਖ। ਅਨਦਿਨ ਆਪੇ ਕਾਰ ਕਰਾਏ। ਦਿਨ ਰਾਤ ਪਰਮਾਤਮਾ ਹੀ ਜੀਵਾਂ ਤੋਂ ਕੰਮ ਕਰਵਾਉਂਦਾ ਹੈ। ਤਾਂ ਇਹ ਕਹਿੰਦੇ ਜਿੱਤ ਜਿੱਤ ਲਾਵੋ ਤਿੱਤ ਲਗਣਾ। ਹੇ ਇਨਸਾਨ, ਹੇ ਪਰਮਾਤਮਾ, ਜਿਸ ਪਾਸੇ ਤੂੰ ਜੀਵਨ ਲਾਉਂਦਾ ਉਸ ਪਾਸੇ ਜੀਵ ਲੱਗੇ ਹੋਏ ਹਨ। ਕਾਰ ਮਨੇ ਕੰਮ। ਦਿਨ ਰਾਤ ਆਪੇ ਹੀ ਪਰਮਾਤਮਾ ਜੀਵਾਂ ਤੋਂ ਕੰਮ ਕਰਵਾਉਂਦਾ ਹੈ। ਆਪੇ ਮੇਲ ਮਿਲਾਵਣੇ, ਅਤੇ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ। ਤੂੰ ਆਪੇ ਮਿਲੈ ਵੇਖੈ ਹਦੂਰ, ਸਭ ਮੈਂ ਆਪ ਰਿਹਾ ਭਰਪੂਰ। ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਝੀ ਪਾਵਣੇ। ਤੂੰ ਆਪੇ ਮੇਲੈ ਵੇਖੈ ਹਦੂਰ। ਇਹ ਪਰਮਾਤਮਾ ਹਦੂਰ ਮਨੇ ਹਾਜ਼ਰੀ ਵਿੱਚ, ਤੂੰ ਸਾਰਿਆਂ ਨੂੰ ਆਪਣੀ ਹਜ਼ੂਰੀ 'ਚ ਵੇਖਦਾ ਹੈ ਅਤੇ ਤੂੰ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਪਰਮਾਤਮਾ ਆਪਣੀ ਹਾਜ਼ਰੀ 'ਚ ਸਭ ਨੂੰ ਵੇਖ ਰਿਹਾ ਹੈ। ਫਿਰ ਜਿਹੜਾ ਉਹਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਂਦਾ ਹੈ, ਪਰਮਾਤਮਾ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਸਭ ਮੈਂ ਆਪ ਰਿਹਾ ਭਰਪੂਰ। ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ, ਭਰਪੂਰਨ ਪਰਿਪੂਰਨ। ਸਭ ਦੇ ਵਿੱਚ ਵਸਣ ਵਾਲੇ ਨੂੰ ਪਰਿਪੂਰਨ ਜਾਂ ਭਰਪੂਰ ਕਹਿੰਦੇ ਨੇ। ਸਭ ਮੈਂ ਆਪ ਰਿਹਾ ਭਰਪੂਰ। ਹਰ ਇੱਕ ਦੇ ਵਿੱਚ ਪਰਮਾਤਮਾ ਵਸਦਾ ਹੈ, ਇਸ ਲਈ ਉਹ ਸਭ ਨੂੰ ਵੇਖਦਾ ਰਹਿੰਦਾ ਹੈ ਵੀ ਕੀ ਕਰਦਾ ਹੈ। ਨਾਨਕ ਆਪੇ ਆਪ ਵਰਤੈ। ਪਰਮਾਤਮਾ ਆਪ ਹੀ ਸਾਰੇ ਜੀਵਾਂ 'ਚ ਵਰਤ ਰਿਹਾ ਹੈ। ਆਪ ਹੀ ਕਰਨ ਵਾਲਾ ਹੈ, ਆਪ ਹੀ ਕਰਾਉਣ ਵਾਲਾ ਹੈ। ਸਾਰਿਆਂ ਦੇ ਵਿੱਚ ਆਪ ਹੀ ਵਰਤ ਰਿਹਾ ਹੈ। ਗੁਰਮੁਖ ਸੋਝੀ ਪਾਵਨੇ। ਪਰ ਜਿਹੜਾ ਗੁਰਮੁਖ ਹੁੰਦਾ ਹੈ ਉਹਨੂੰ ਸੋਝੀ ਆ ਜਾਂਦੀ ਹੈ ਕਿ ਵਾਕਿਆ ਪਰਮਾਤਮਾ ਹੀ ਸਭ ਦੇ ਵਿੱਚ ਹੈ। ਪਰਮਾਤਮਾ ਹੀ ਜੀਵਾਂ ਤੋਂ ਕਰਮ ਕਰਾਉਂਦਾ ਹੈ। ਆਪ ਹੀ ਪਰਮਾਤਮਾ ਸਭ ਦੇ ਵਿੱਚ ਵਰਤਦਾ ਹੈ। ਮਾਝ ਮਹਿਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮੀਠੀ। ਗੁਰਮੁਖ ਵਿਰਲੇ ਕਿਨੈ ਚਖ ਡੀਠੀ। ਅੰਤਰ ਪ੍ਰਗਾਸ ਮਹਾਰਸ ਪੀਵੈ। ਦਰ ਸੱਚੈ ਸ਼ਬਦ ਵਜਾ ਬਣਿਆ। ਅੰਮ੍ਰਿਤ ਬਾਣੀ ਗੁਰੂ ਦੀ ਅੰਮ੍ਰਿਤ ਬਾਣੀ ਮਿੱਠੀ ਹੈ। ਜਿਵੇਂ ਕੋਈ ਬਹੁਤ ਪਿਆਰੀ ਆਵਾਜ਼ ਦੇ ਵਿੱਚ ਗਾ ਰਿਹਾ ਹੈ, ਆਪਾਂ ਕਹਿੰਦੇ ਇਹਦੀ ਆਵਾਜ਼ ਬੜੀ ਮਿੱਠੀ ਹੈ। ਕੋਈ ਖਾਣ 'ਚ ਨਹੀਂ, ਜਿਵੇਂ ਆਪੂ ਚੀਜ਼ ਖਾਧੀ ਤੇ ਕਿਆ ਮਿੱਠੀ ਹੈ। ਜਿਹੜੀ ਮਨ ਨੂੰ ਚੰਗੀ ਲੱਗੇ ਉਹੀ ਮਿੱਠੀ ਹੈ। ਅਤੇ ਆਪਾਂ ਕਹਿੰਦੇ ਕਿੰਨੀ ਮਿੱਠੀ ਆਵਾਜ਼ ਹੈ ਜੀ ਇਹਦੀ, ਭਾਵ ਕਿੰਨੀ ਵਧੀਆ ਆਵਾਜ਼ ਹੈ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ। ਗੁਰੂ ਦੀ ਜਿਹੜੀ ਅੰਮ੍ਰਿਤਮਈ ਬਾਣੀ ਹੈ ਇਹ ਮਿੱਠੀ ਹੈ। ਇਹਨੂੰ ਪੜ੍ਹ ਕੇ, ਇਹਨੂੰ ਗਾ ਕੇ ਸਵਾਦ ਆਉਂਦਾ ਹੈ। ਜੇ ਸਵਾਦ ਆਉਂਦੇ ਤਾਂ ਹੀ ਲੋਕ ਗਾਉਂਦੇ ਨਾ। ਫਿੱਕੀ ਚੀਜ਼ ਨੂੰ ਤਾਂ ਕੋਈ ਗਾ ਕੇ ਰਾਜ਼ੀ ਨਹੀਂ ਹੁੰਦਾ। ਜੇ ਪੜ੍ਹਨ 'ਚ ਕੋਈ ਸਵਾਦ ਨਾ ਆਵੇ ਬੰਦਾ ਪੜ੍ਹਦਾ ਨਹੀਂ ਹੈਗਾ। ਸੋ ਇਹ ਗੁਰੂ ਦੀ ਜਿਹੜੀ ਬਾਣੀ ਹੈ ਅੰਮ੍ਰਿਤ ਵਾਂਗੂ ਮਿੱਠੀ ਹੈ। ਗੁਰਮੁਖ ਵਿਰਲੇ ਕਿਨੈ ਚਖ ਡੀਠੀ। ਕਿਸੇ ਵਿਰਲੇ ਟਾਵੇਂ ਗੁਰਮੁਖ ਨੇ ਹੀ ਇਹਨੂੰ ਚੱਖ ਕੇ ਦੇਖਿਆ ਵੀ ਵਾਕਈ ਮਿੱਠੀ ਹੈ। ਕਿਉਂਕਿ ਇਹਨੂੰ ਪੜ੍ਹੇਗਾ, ਇਹਦੀ ਵਿਚਾਰ ਕਰੇਗਾ ਤਾਂ ਹੀ ਉਹਨੂੰ ਪਤਾ ਲੱਗੇਗਾ। ਇੱਕ ਬੰਦਾ ਨਾ ਬਾਣੀ ਪੜ੍ਹਦਾ ਹੈ ਨਾ ਸੁਣਦਾ ਹੈ, ਉਹਨੂੰ ਕੀ ਪਤਾ ਬਾਣੀ ਕਿਹੋ ਜਿਹੀ ਹੈ। ਚੱਖ ਕੇ ਦੇਖਣ ਦਾ ਭਾਵ ਹੈ ਕਿ ਇਹਨੂੰ ਪੜ੍ਹਨਾ, ਇਹਨੂੰ ਵਿਚਾਰਨਾ, ਫਿਰ ਉਹ ਕਹੇਗਾ ਹਾਂ ਵਾਕਈ ਮਿੱਠੀ। ਅੰਤਰ ਪ੍ਰਗਾਸ ਮਹਾਰਸ ਪੀਵੇ। ਇਸ ਬਾਣੀ ਰਾਹੀਂ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਗਾਸ ਮਨੇ ਪ੍ਰਕਾਸ਼। ਮਹਾਰਸ ਪੀਵੇ, ਫਿਰ ਮਹਾਨ ਰਸ ਪੀਂਦਾ ਹੈ। ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਉਹ ਨਾਮ ਰਸ ਨੂੰ ਪੀਂਦਾ ਹੈ। ਦਰ ਸੱਚੇ ਸ਼ਬਦ ਵਜਾ ਬਣੇ। ਸ਼ਬਦ ਦਾ ਹੁਕਮ ਵਜਾਉਣਾ ਹੁੰਦਾ, ਮੰਨਣਾ। ਉਹ ਪਰਮਾਤਮਾ ਦੇ ਦਰ 'ਤੇ ਜਾ ਕੇ ਉਸਦੇ ਹੁਕਮ ਨੂੰ ਮੰਨਦਾ ਹੈ, ਕਿਉਂਕਿ ਉਹਨੂੰ ਸਾਰੀ ਸੋਝੀ ਆ ਗਈ ਹੁੰਦੀ ਹੈ ਕਿ ਹੁਕਮ ਮੰਨਣ ਦੇ ਵਿੱਚ ਹੀ ਭਲਾ ਹੈ। ਬੱਚਾ ਆਪਣੇ ਮਾਂ ਪਿਓ ਦਾ ਹੁਕਮ ਮੰਨਦਾ, ਸੁਖੀ ਰਹਿੰਦਾ। ਵਿਦਿਆਰਥੀ ਆਪਣੇ ਟੀਚਰ ਦਾ ਹੁਕਮ ਮੰਨਦਾ, ਸੁਖੀ ਰਹਿੰਦਾ। ਕਰਮਚਾਰੀ ਆਪਣੇ ਅਫਸਰ ਦਾ ਹੁਕਮ ਮੰਨਦਾ, ਸੁਖੀ ਰਹਿੰਦਾ। ਇਸ ਲਈ ਉਹਨੂੰ ਫਿਰ ਗਿਆਨ ਹੋ ਜਾਂਦਾ ਹੈ। ਉਹ ਪਰਮਾਤਮਾ ਦੇ ਦਰ 'ਤੇ ਜਾ ਕੇ ਫਿਰ ਉਹਦੇ ਹੁਕਮ ਨੂੰ ਮੰਨਦਾ ਹੈ। ਹੋਂ ਵਾਰੀ ਜੀਓ ਵਾਰੀ ਗੁਰ ਚਰਨੀ 'ਚ ਤਲਾ ਬਣੀ। ਕਹਿੰਦੇ ਜਿਹੜਾ ਗੁਰੂ ਦੇ ਚਰਨਾਂ ਨਾਲ ਚਿੱਤ ਲਾਉਂਦਾ ਹੈ, ਪਰ ਗੁਰੂ ਦੀ ਬਾਣੀ ਗੁਰਮੰਤਰ ਦੇ ਨਾਲ ਚਿੱਤ ਲਾਉਂਦਾ ਹੈ, ਹੋਂ ਵਾਰੀ ਜੀਓ ਵਾਰੀ, ਮੈਂ ਉਸ ਤੋਂ ਆਪਣੀ ਜਿੰਦ ਵਾਰਦਾ ਹਾਂ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ।
ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਜਿਹੜਾ ਗੁਰੂ ਦੀ ਬਾਣੀ ਨਾਲ, ਗੁਰੂ ਦੇ ਨਾਮ ਨਾਲ ਚਿੱਤ ਲਾਉਂਦਾ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਹਾਵੈ ਮੈਲ ਚੁਕਾ ਬਣੇ। ਜਿਹੜਾ ਗੁਰੂ ਹੁੰਦਾ ਅੰਮ੍ਰਿਤ ਸਰ ਸੱਚ, ਇਹ ਸਦਾ ਰਹਿਣ ਵਾਲਾ ਅੰਮ੍ਰਿਤ ਦਾ ਸਰੋਵਰ ਹੈ। ਅੰਮ੍ਰਿਤ ਕਿਹਨੂੰ ਕਹੇ? ਨਾਮ ਨੂੰ। ਜੋ ਗੁਰੂ ਹੁੰਦਾ ਹੈ ਇਹ ਸਦਾ ਰਹਿਣ ਵਾਲਾ ਨਾਮ ਦਾ ਸਰੋਵਰ ਹੈ। ਮਨ ਨਹਾਵੈ ਮੈਲ ਚੁਕਾ ਬਣੇ। ਜਿਹੜਾ ਇਸ ਨਾਮ ਰੂਪੀ ਸਰੋਵਰ 'ਚ ਆਪਣੇ ਮਨ ਨੂੰ ਨਹਾਉਂਦਾ ਹੈ, ਸਰੀਰ ਨੂੰ ਨਹਾਉਣ ਨਾਲ ਅੰਦਰਲੀ ਮੈਲ ਨਹੀਂ ਲੈਂਦੀ। ਅੰਦਰਲੀ ਮੈਲ ਤਾਂ ਨਾਮ ਜਪ ਕੇ ਲੈਂਦੀ ਹੈ। ਨਾਮ ਦੇ ਵਿੱਚ ਇਸ਼ਨਾਨ ਜਦੋਂ ਬੰਦਾ ਕਰਦਾ ਫਿਰ ਮਨ ਦੀ ਮੈਲ ਲੈਂਦੀ ਹੈ। ਸਰੋਵਰਾਂ 'ਤੇ ਜਾ ਕੇ, ਤੀਰਥ ਸਥਾਨਾਂ 'ਤੇ ਜਾ ਕੇ ਮਨ ਦੀ ਮੈਲ ਨਹੀਂ ਲੈਂਦੀ। ਜਿਸ ਤਰ੍ਹਾਂ ਮਨ ਦੀ ਮੈਲ ਲੈਂਦੀ ਫਿਰ ਤਾਂ ਮੌਜ ਹੀ ਬੜੀ ਹੈ। ਜਾਓ ਨਹਾਓ, ਮਨ ਨਿਰਮਲ ਹੋ ਗਿਆ। ਫਿਰ ਤਾਂ ਕਿਸੇ ਭਜਨ ਬੰਦਗੀ ਦੀ ਲੋੜ ਨਹੀਂ, ਇੰਨਾ ਸਮਾਂ ਲਾਉਣ ਦੀ ਲੋੜ ਨਹੀਂ। ਸਾਰੀ ਭਜਨ ਬੰਦਗੀ ਦਾ ਉਦੇਸ਼ ਕੀ ਹੈ? ਮਨ ਨੂੰ ਸਾਫ਼ ਕਰਨਾ। ਅਤੇ ਜੇ ਸਰੋਵਰਾਂ 'ਤੇ ਜਾ ਕੇ ਮਨ ਸਾਫ਼ ਹੋ ਜਾਏ ਤਾਂ ਕਿਸੇ ਭਜਨ ਬੰਦਗੀ ਦੀ ਲੋੜ ਹੀ ਨਹੀਂ ਹੈ। ਹੁਣ ਉੱਥੇ ਹਰਿਮੰਦਰ ਸਾਹਿਬ ਜਾ ਕੇ ਕਿੰਨੀ ਦੁਨੀਆ ਜੋ ਰੋਜ਼ ਇਸ਼ਨਾਨ ਕਰਦੀ ਹੈ। ਪੀਣ ਵਾਲਾ ਵੀ ਇਸ਼ਨਾਨ ਕਰ ਰਿਹਾ, ਅਗਲੇ ਦਿਨ ਫਿਰ ਪੀ ਰਿਹਾ। ਚੋਰ ਵੀ ਇਸ਼ਨਾਨ ਕਰ ਰਿਹਾ, ਅਗਲੇ ਦਿਨ ਚੋਰੀ ਕਰ ਰਿਹਾ ਹੈ। ਰਿਸ਼ਵਤ ਖੋਰ ਵੀ ਉੱਥੇ ਇਸ਼ਨਾਨ ਕਰ ਰਿਹਾ, ਅਗਲੇ ਦਿਨ ਫਿਰ ਰਿਸ਼ਵਤ ਲੈਂਦਾ। ਮਿਲਾਵਟ ਖੋਰ ਵੀ ਇਸ਼ਨਾਨ ਕਰ ਰਿਹਾ, ਅਗਲੇ ਦਿਨ ਫਿਰ ਮਿਲਾਵਟ ਕਰਦਾ ਹੈ। ਇਸ ਲਈ ਸਰੋਵਰਾਂ 'ਤੇ ਨਹਾ ਕੇ ਮਨ ਦੀ ਮੈਲ ਨਹੀਂ ਲੈਂਦੀ। ਹਾਂ, ਜੇ ਕੋਈ ਉੱਥੇ ਪ੍ਰਤਿੱਗਿਆ ਕਰ ਲੈ ਕਿ ਅੱਜ ਤੋਂ ਮੈਂ ਮਾੜਾ ਕੰਮ ਨਹੀਂ ਕਰਾਂਗਾ, ਫਿਰ ਕੋਈ ਸੰਭਾਵਨਾ ਹੋ ਸਕਦੀ ਹੈ। ਪਰ ਇਹੋ ਜਿਹਾ ਕੋਈ ਵਿਰਲਾ ਟਾਵਾਂ ਹੁੰਦਾ, ਲੱਖ ਬੰਦੇ ਪਿੱਛੇ ਕੋਈ ਇੱਕ, ਜਿਹੜਾ ਗੁਰਦੁਆਰੇ ਜਾ ਕੇ ਜਾਂ ਕਿਸੇ ਸਰੋਵਰ 'ਤੇ ਜਾ ਕੇ ਕੋਈ ਬੁਰਾਈ ਛੱਡ ਦੇ। ਬੁਰਾਈਆਂ ਛੱਡਣ ਲਈ ਲੋਕ ਗੁਰਦੁਆਰਿਆਂ 'ਚ ਨਹੀਂ ਜਾਂਦੇ, ਇਹ ਤਾਂ ਆਪਣੀ ਇੱਛਾ ਪੂਰੀ ਕਰਨ ਲਈ ਜਾਂਦੇ। ਆਪਣੀ ਗੱਲ ਮਨਵਾਉਣ ਜਾਂਦੇ ਗੁਰੂ ਤੋਂ। ਬੁਰਾਈ ਛੱਡਣ ਕੋਈ ਨਹੀਂ ਗੁਰਦੁਆਰੇ ਜਾਂਦਾ। ਇਸ ਲਈ ਇਹ ਸੰਸਾਰ ਤੁਰਿਆ ਫਿਰਦਾ ਹੈ। ਸੋ ਜਿਹੜਾ ਮਨ ਕਰਕੇ ਇਸ਼ਨਾਨ ਕਰਦਾ ਇਸ ਨਾਮ ਨਾਲ, ਉਹਦੀ ਮੈਲ ਖਤਮ ਹੁੰਦੀ। ਨਾਮ ਜਪੀ ਜਾਣਾ, ਅੱਗੇ ਤੋਂ ਮਾੜਾ ਕੰਮ ਨਹੀਂ ਕਰਨਾ। ਫਿਰ ਇੱਕ ਦਿਨ ਜਿੰਨੀ ਜਨਮਾਂ ਤਾਂ ਮੈਲ ਲੱਗੇ ਲੈ ਜਾਂਦੀ ਹੈ। ਜੇ ਨਾਲ ਅਸੀਂ ਮਾੜੇ ਕੰਮ ਵੀ ਕਰਦੇ ਰਹੀ ਤਾਂ ਨਾਮ ਵੀ ਜਪੀ ਜੇ, ਫਿਰ ਕੁਛ ਵੀ ਨਹੀਂ ਪੱਲੇ ਪੈਂਦਾ। ਕਿਉਂ? ਨਾਮ ਜਪ ਕੇ ਬਾਣੀ ਪੜ੍ਹ ਕੇ ਜਿੰਨੀ ਮੈਲ ਲਾਤੀ, ਉਹ ਮਾੜਾ ਕਰਮ ਕੋ ਨਹੀਂ ਲਾਤੀ, ਉਹ ਬਰਾਬਰ ਹੀ ਰਹਿੰਦਾ ਹਿਸਾਬ ਕਿਤਾਬ। ਅਸਲ ਵਿੱਚ ਤਾਂ ਭਜਨ ਬੰਦਗੀ ਬੁਰਾਈ ਛੱਡ ਕੇ ਕਰਨੀ ਚਾਹੀਦੀ। ਜਿਹੜੇ ਇਸ ਪਾਸੇ ਲਾਉਣ ਵਾਲੇ ਲੋਕ ਨੇ, ਭਜਨ ਬੰਦਗੀ ਵਾਲੇ ਪਾਸੇ ਲਾਉਣ ਵਾਲੇ ਲੋਕ ਨੇ, ਉਹਨਾਂ ਦੇ ਫਰਜ਼ ਬਣਦੇ ਇਸ ਗੱਲ 'ਤੇ ਜ਼ੋਰ ਦੇਣ ਕਿ ਪਹਿਲਾਂ ਤੁਸੀਂ ਬੁਰਾਈ ਛੱਡੋ, ਫਿਰ ਭਜਨ ਬੰਦਗੀ ਕਰਿਓ, ਤਾਂ ਜੋ ਉਹਨਾਂ ਨੂੰ ਕੁਝ ਪ੍ਰਾਪਤ ਹੋ ਸਕੇ। ਸੋ ਬੁਰਾਈ ਛੱਡ ਕੇ ਭਜਨ ਬੰਦਗੀ ਕਰਨੀ। ਦੋਨੋਂ ਨਹੀਂ ਕੰਮ ਕਰਨੇ, ਵੀ ਬੁਰੇ ਵੀ ਕੰਮ ਕਰਦੇ ਤਾਂ ਭਜਨ ਬੰਦਗੀ ਵੀ ਕਰਦੇ ਰਹੋ। ਗੁਰੂ ਮਹਾਰਾਜ ਐਸੀ ਆਗਿਆ ਨਹੀਂ ਦਿੰਦੇ। ਅੱਗੇ ਕਹਿੰਦੇ, ਤੇਰਾ ਸੱਚੇ ਕਿਨੇ ਅੰਤ ਨਾ ਪਾਇਆ, ਗੁਰ ਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ, ਤੁਧ ਸਲਾਹੇ ਨਾ ਰੱਜਾਂ ਕਬਹੂੰ। ਇਹ 'ਚ ਮੈਂ ਦੀ ਭਾਵਨਾ ਹੈ। ਤੁਧ ਆ ਗਿਆ ਨਾ, ਤੂੰ ਜਿੱਥੇ ਤੂੰ ਹੋਏਗਾ ਉੱਥੇ ਮੈਂ ਵੀ ਹੋਏਗਾ। ਤੁਧ ਸਲਾਹੇ ਨਾ ਰੱਜਾਂ ਕਬਹੂੰ, ਸੱਚੇ ਨਾਮੇ ਕੀ ਭੁਖਲਾ ਬਣਿਆ। ਕਹਿੰਦੇ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ। ਸੱਚੇ ਹੈ ਪਰਮਾਤਮਾ,
हे परमात्मा तेरा ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ, ਇਸ ਨੂੰ ਕਹਿੰਦੇ ਬੇਅੰਤ ਨੇ। ਜੇ ਉਹਦਾ ਅੰਤ ਪਾਇਆ ਜਾ ਸਕਦਾ ਹੁੰਦਾ ਫਿਰ ਆਪਾਂ ਉਹਨੂੰ ਲਿਮਟਲੈਸ ਨਹੀਂ ਸੀ ਕਹਿ ਸਕਦੇ, ਫਿਰ ਤਾਂ ਉਹਦਾ ਅੰਤ ਹੈ, ਉਹ ਬੇਅੰਤ ਨਹੀਂ ਹੋ ਸਕਦਾ। ਬੇਅੰਤ ਕਹਿੰਦੇ ਉਹਨੂੰ ਨਹੀਂ ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਜਿਹਦਾ ਕੋਈ ਐਂਡ ਹੀ ਨਹੀਂ ਹੈ, ਜੋ ਐਂਡਲੈਸ ਹੈ, ਜੋ ਲਿਮਟਲੈਸ ਹੈ, ਜੋ ਬੇਹੱਦ ਹੈ। ਹੱਦ ਲਿਮਟ ਨੂੰ ਕਹਿੰਦੇ, ਬੇਫਾਰਸੀ ਦਾ ਸ਼ਬਦ ਹੈ ਬਿਨਾਂ, ਜਿਹਦਾ ਕੋਈ ਹੱਦ ਬਣੇ ਹੀ ਨਹੀਂ ਹੈ, ਉਹਨੂੰ ਕਹਿੰਦੇ ਬੇਹੱਦ। ਸੋ ਗੁਰੂ ਮਹਾਰਾਜ ਕੇ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ। ਹੇ ਸੱਚੇ ਪਰਮਾਤਮਾ ਤੇਰਾ ਕੋਈ ਅੰਤ ਨਹੀਂ ਪਾ ਸਕਿਆ। ਗੁਰ ਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ। ਕੋਈ ਵਿਰਲਾ ਟਾਵਾਂ ਹੈ ਜਿਸਨੇ ਗੁਰੂ ਦੀ ਕਿਰਪਾ ਨਾਲ ਤੇਰੇ ਨਾਲ ਚਿੱਤ ਜੋੜਿਆ ਹੋਵੇ। ਕੋਈ ਕਹਿੰਦੇ ਵਿਰਲਾ ਟਾਵੇਂ, ਜਿਸ 'ਤੇ ਗੁਰੂ ਦੀ ਕਿਰਪਾ ਹੋਈ ਹੈ ਅਤੇ ਬੰਦੇ ਦਾ ਮਨ ਪਰਮਾਤਮਾ ਨਾਲ ਲੱਗ ਜੇ। ਤੁਧ ਸਲਾਹੇ ਨਾ ਰੱਜਾਂ ਕਬਹੂੰ। ਹੇ ਪਰਮਾਤਮਾ ਤੇਰੀ ਸਿਫਤ ਸਲਾਹ ਕਰਕੇ ਮੈਂ ਕਦੇ ਰੱਜਦਾ ਹੀ ਨਹੀਂ ਹੈ। ਜੀ ਕਰਦਾ ਹੋਰ ਕਰੀ ਜਾ, ਹੋਰ ਕਰੀ ਜਾ। ਅਜੇ ਸਾਨੂੰ ਨਾ ਨਾਮ ਦੇ ਵਿੱਚ ਰਸ ਨਹੀਂ ਆਉਂਦਾ। ਜਿੰਨਾ ਚਿਰ ਨਾਮ 'ਚ ਰਸ ਨਹੀਂ ਆਉਂਦਾ ਉਹਨਾਂ 'ਚ ਸਾਡਾ ਕਦੇ ਵੀ ਮਨ ਨਹੀਂ ਕਹੇਗਾ ਹੋਰ ਜਪ ਲੈ, ਹੋਰ ਜਪ ਲੈ। ਜਦੋਂ ਰਸ ਆਵੇਗਾ ਫਿਰ ਮਨ ਕਹੇਗਾ ਹੋਰ ਜਪ, ਹੋਰ ਜਪ। ਤੁਸੀਂ ਉਹੀ ਚੀਜ਼ ਜ਼ਿਆਦਾ ਖਾਂਦੇ ਹੋ ਜਿਸ 'ਚ ਤੁਹਾਨੂੰ ਰਸ ਆਉਂਦਾ, ਜਿਸ 'ਚ ਤੁਹਾਨੂੰ ਸਵਾਦ ਆਉਂਦਾ ਹੈ। ਬੇਸਵਾਦੀ ਚੀਜ਼ ਨੂੰ ਕੋਈ ਨਹੀਂ ਖਾ ਕੇ ਰਾਜੀ। ਸੋ ਤੇਰੀ ਸਿਫਤ ਸਲਾਹ ਕਰਕੇ ਕਹਿੰਦੇ ਮੇਰਾ ਮਨ ਰਾਜਦਾ ਹੀ ਨਹੀਂ ਹੈ। ਜਿਵੇਂ ਮਾਇਆ ਇਕੱਠੀ ਕਰਕੇ ਮਨ ਨਹੀਂ ਰਾਜਦਾ, ਕਹਿੰਦਾ ਹੋਰ ਚਾਹੀਦੀ ਹੈ, ਹੋਰ ਚਾਹੀਦੀ ਹੈ, ਹੋਰ ਚਾਹੀਦੀ ਹੈ। ਇਸੇ ਤਰ੍ਹਾਂ ਹੀ ਨਾਮ ਜਪਣ ਵਾਲੇ ਨੂੰ ਵੀ ਜਦੋਂ ਨਾਮ ਦੇ ਵਿੱਚ ਸਵਾਦ ਆਉਂਦਾ ਇਹ ਕਹਿੰਦਾ ਮੈਂ ਹੋਰ ਜਪਾਂ, ਹੋਰ ਜਪਾਂ, ਹੋਰ ਜਪਾਂ। ਉਹਨੂੰ ਮਾਇਆ 'ਚ ਸਵਾਦ ਆ ਰਿਹਾ ਇਸ ਲਈ ਕਹਿੰਦਾ ਮੈਂ ਹੋਰ ਮਾਇਆ ਇਕੱਠੀ ਕਰਾਂ, ਹੋਰ ਇਕੱਠੀ ਕਰਾਂ। ਉਹਨੂੰ ਨਾਮ 'ਚ ਸਵਾਦ ਆ ਰਿਹਾ ਉਹ ਕਹਿੰਦਾ ਮੈਂ ਹੋਰ ਨਾਮ ਜਪਾਂ, ਹੋਰ ਨਾਮ ਜਪਾਂ। ਤੁਧ ਸਲਾਹੇ ਨਾ ਰੱਜਾਂ ਕਬਹੂੰ, ਸੱਚੇ ਨਾਮੇ ਕੀ ਭੁੱਖ ਲਾਵਣਿਆ। ਕਹਿੰਦੇ ਨਾਮ ਦੀ ਭੁੱਖ ਲਾਉਣ ਵਾਲਾ ਵੀ ਤੂੰ ਹੀ ਹੈ। ਹੇ ਪਰਮਾਤਮਾ ਨਾਮ ਦੀ ਭੁੱਖ ਲਾਉਣ ਵਾਲਾ ਵੀ ਤੂੰ ਹੀ ਹੈ। ਇਸ ਲਈ ਤੇਰੀ ਸਿਫਤ ਸਲਾਹ ਕਰਕੇ ਮੈਂ ਰਾਜਦਾ ਨਹੀਂ। ਏਕੋ ਵੇਖਾਂ ਅਵਰ ਨਾ ਬੀਆ, ਗੁਰ ਪ੍ਰਸਾਦੇ ਅੰਮ੍ਰਿਤ ਪੀਆ। ਗੁਰ ਕੈ ਸ਼ਬਦ ਤਿਖਾ ਨਿਵਾਰੀ, ਸਹਿਜੇ ਸੂਖ ਸਮਾਵਣੇ। ਕਹਿੰਦੇ ਏਕੋ ਵੇਖਾਂ ਅਵਰ ਨਾ ਬੀਆ, ਬੀਆ ਬਣੇ ਦੂਜਾ। ਮੈਂ ਇੱਕ ਪਰਮਾਤਮਾ ਨੂੰ ਹੀ ਸਭ ਥਾਂ 'ਤੇ ਵੇਖਦਾ, ਹੋਰ ਤਾਂ ਮੈਨੂੰ ਕੁਛ ਤੋਂ ਬਿਨਾਂ ਦਿਸਦਾ ਹੀ ਨਹੀਂ ਹੈ, ਕਿਉਂਕਿ ਹੋਰ ਤਾਂ ਪਰਮਾਤਮਾ ਵਰਗਾ ਕੋਈ ਹੈ ਹੀ ਨਹੀਂ। ਇਸ ਲਈ ਮੈਂ ਜਿੱਧਰ ਵੇਖਦਾ ਮੈਨੂੰ ਪਰਮਾਤਮਾ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ ਹੈ। ਗੁਰ ਪ੍ਰਸਾਦੀ ਅੰਮ੍ਰਿਤ ਪੀਆ। ਕਹਿੰਦੇ ਮੈਂ ਗੁਰੂ ਦੀ ਕਿਰਪਾ ਨਾਲ ਨਾਮ ਅੰਮ੍ਰਿਤ ਪੀਤਾ ਹੈ। ਜਦੋਂ ਨਾਮ ਅੰਮ੍ਰਿਤ ਪੀਤਾ, ਗੁਰ ਕੈ ਸ਼ਬਦ ਤਿਖਾ ਨਿਵਾਰੀ। ਤਿਖਾ ਹੁੰਦੀ ਪਿਆਸ, ਜਿਹੜੀ ਮਨ 'ਚ ਮਾਇਆ ਦੀ ਪਿਆਸ ਸੀ ਨਾ ਵੀ ਹੋਰ ਮਾਇਆ ਹੋਵੇ, ਹੋਰ ਮਾਇਆ ਹੋਵੇ, ਉਹ ਗੁਰੂ ਦੇ ਸ਼ਬਦ ਰਾਹੀਂ, ਗੁਰਮੰਤਰ ਰਾਹੀਂ, ਨਾਮ ਰਾਹੀਂ ਉਹ ਜਿਹੜੀ ਪਿਆਸ ਸੀ ਉਹ ਖਤਮ ਹੋ ਗਈ। ਮਾਇਆ ਵੱਲੋਂ ਮਨ ਰੱਜ ਗਿਆ ਹੈ। ਸਹਿਜੇ ਸੁਖ ਸਮਾਵਣਿਆ। ਹੁਣ ਜਿਹੜਾ ਮਨ ਹੈ ਸਹਿਜੇ ਹੀ ਸੁੱਖ ਦੇ ਵਿੱਚ ਲੀਨ ਰਹਿੰਦਾ ਹੈ। ਮਨ ਸਹਿਜੇ ਹੀ ਸੁਖੀ ਰਹਿੰਦਾ। ਬੱਚਾ ਭੁੱਖਾ ਹੋਵੇ ਉਹ ਰੋਂਦਾ, ਯਤਨ ਕਰਦਾ, ਜਦੋਂ ਮਾਂ ਨੂੰ ਦੁੱਧ ਪਿਲਾਉਂਦੀ ਹੈ ਸੌ ਜਾਂਦਾ, ਕਿਉਂਕਿ ਉਹਨੂੰ ਸੁੱਖ ਮਿਲਿਆ। ਸੁੱਖ 'ਚ ਨੀਂਦ ਆਉਂਦੀ ਹੈ, ਦੁੱਖ 'ਚ ਨੀਂਦ ਨਹੀਂ ਆਉਂਦੀ। ਬੰਦਾ ਦੁਖੀ ਹੋਵੇ ਉਹਨੂੰ ਨੀਂਦ ਨਹੀਂ ਆਉਂਦੀ,
ਉਹ ਜ਼ੋਰ ਲਾਉਂਦਾ ਰਹਿੰਦਾ ਕਿਸੇ ਤਰ੍ਹਾਂ ਮੈਨੂੰ ਨੀਂਦ ਆਵੇ, ਮੈਨੂੰ ਨੀਂਦ, ਕਿਉਂਕਿ ਦੁੱਖ ਹੈ। ਸੁਖੀ ਹੋਵੇਗਾ ਛੇਤੀ ਸੌਂ ਜਾਏਗਾ। ਰਤਨ ਪਦਾਰਥ ਪੱਲਰ ਤਿਆਗੈ, ਮਨੁਖ ਅੰਧਾ ਦੂਜੈ ਭਾਏ ਲਾਗੈ, ਜੋ ਬੀਜੈ ਸੋਈ ਫਲ ਪਾਏ, ਸੁਪਨੇ ਸੁਖ ਨਾ ਪਾਵਣੇ। ਰਤਨ ਪਦਾਰਥ, ਧਰਮ ਦੇ 'ਚ ਪਦਾਰਥ ਬੜੀ ਕੀਮਤੀ ਚੀਜ਼ ਨੂੰ ਕਹਿੰਦੇ ਨੇ। ਰਤਨ ਪਦਾਰਥ ਭਾਵ ਨਾਮ, ਪਰਮਾਤਮਾ ਦਾ ਨਾਮ। ਜਿਵੇਂ ਰਤਨ ਬੜਾ ਕੀਮਤੀ ਹੁੰਦਾ ਹੈ, ਹੀਰਾ ਬੜਾ ਕੀਮਤੀ ਹੁੰਦਾ ਹੈ, ਇਸ ਲਈ ਨਾਮ ਨੂੰ ਵੀ ਰਤਨ ਕਿਹਾ ਗਿਆ ਹੈ। ਇਹ ਕੀਮਤੀ ਨਾਮ ਪੱਲਰ ਤਿਆਗਿਆ। ਪੱਲਰ ਹੁੰਦਾ ਫੂਸ, ਘਾਹ ਫੂਸ, ਭਾਵ ਵਿਅਰਥ। ਇਹ ਜਿਹੜਾ ਮਨਮੁਖ ਹੈ, ਨਾਮ ਹਾਲਾਂਕਿ ਇਤਨੀ ਕੀਮਤੀ ਚੀਜ਼ ਹੈ, ਉਹਨੂੰ ਵਿਅਰਥ ਸਮਝ ਕੇ ਛੱਡ ਦਿੰਦਾ ਹੈ। ਵੀ ਛੱਡ, ਨਾਮ ਦਾ ਕੀ ਜਪਣਾ, ਇਹਦੇ ਕੀ ਪਿਆ। ਕਿਉਂਕਿ ਜਿੰਨਾ ਚਿਰ ਅਸੀਂ ਜਪਦੇ ਨਹੀਂ, ਉਹਨਾਂ 'ਚ ਸਾਨੂੰ ਕੀ ਪਤਾ ਲੱਗਿਆ ਵੀ ਇਸ 'ਚ ਕੀ ਪਿਆ। ਜਦੋਂ ਜਪਦੇ ਰਹਾਂਗੇ ਫਿਰ ਪਤਾ ਲੱਗੇ ਇਸ 'ਤੇ ਬਹੁਤ ਕੁਛ ਪਿਆ। ਨਹੀਂ ਤਾਂ ਫਿਰ ਮਨਮੁਖ ਆਪਣੀ ਮਰਜ਼ੀ ਕਰਦਾ ਹੈ, ਉਹ ਕਹਿੰਦਾ ਇਸ 'ਚ ਕੀ ਪਿਆ, ਇਹਨੂੰ ਘਾਹ ਫੂਸ ਸਮਝ ਕੇ ਛੱਡ ਦਿੰਦਾ, ਇਹਨੂੰ ਵਿਅਰਥ ਯੂਜ਼ਲੈਸ ਸਮਝ ਕੇ ਛੱਡ ਦਿੰਦਾ। ਮਨਮੁਖ ਅੰਧਾ ਦੂਜੈ ਭਾਏ ਲਾਗੈ, ਦੂਜੈ ਮਾਇਆ, ਭਾਏ ਮੈਨੇ ਪਿਆਰ। ਜਿਹੜਾ ਮਨਮੁਖ ਹੈ ਇਹ ਅੰਧਾ ਭਾਵ ਅਗਿਆਨੀ ਹੈ। ਇਹਨੂੰ ਗਿਆਨ ਨਹੀਂ ਕਿ ਨਾਮ ਕੀ ਹੈ ਅਤੇ ਮਾਇਆ ਕੀ ਹੈ, ਦੋਨਾਂ 'ਚ ਕੀ ਅੰਤਰ ਹੈ। ਇਹ ਮਨਮੁਖ ਹੈ, ਇਹ ਅਗਿਆਨੀ ਹੈ, ਨਾਮ ਨੂੰ ਛੱਡ ਕੇ ਮਾਇਆ ਨੂੰ ਪਿਆਰ ਕਰਨ ਲੱਗ ਜਾਂਦਾ। ਜੋ ਬੀਜੈ ਸੋਈ ਫਲ ਪਾਏ। ਹੁਣ ਜਿਹੜਾ ਬੰਦਾ ਮਾਇਆ ਨੂੰ ਪਿਆਰ ਕਰਦਾ ਹੈ, ਹਮੇਸ਼ਾ ਹੀ ਉਹ ਗਲਤ ਤਰੀਕੇ ਨਾਲ ਮਾਇਆ ਇਕੱਠੀ ਕਰਦਾ। ਸਹੀ ਤਰੀਕੇ ਨਾਲ ਬਹੁਤੀ ਮਾਇਆ ਨਹੀਂ ਇਕੱਠੀ ਹੁੰਦੀ। ਜੇ ਤੁਸੀਂ 10 ਨੌਂ ਦੀ ਕਿਰਤ ਕਰੋਗੇ, ਤੁਸੀਂ ਬਹੁਤ ਹੀ ਮਾਇਆ ਨਹੀਂ ਇਕੱਠੀ ਕਰ ਸਕਦੇ। ਗੁਰਬਾਣੀ ਦਾ ਨਿਰਣਾ ਹੈ, ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆਂ ਸਾਥ ਨਾ ਜਾਈ। ਪਾਪਾਂ ਤੋਂ ਬਿਨਾਂ ਮਾਇਆ ਇਕੱਠੀ ਹੁੰਦੀ ਹੀ ਨਹੀਂ। ਮਾਇਆ ਲਈ ਚੋਰੀ ਕਰੋ, ਡਾਕੇ ਮਾਰੋ, ਠੱਗੀਆਂ ਕਰੋ, ਮਿਲਾਵਟਾਂ ਕਰੋ, ਧੋਖਾਧੜੀ ਕਰੋ, ਰਿਸ਼ਵਤਾਂ ਲਓ, ਕਿਤੇ ਮਕਾਨ ਦੱਬ ਲਿਆ, ਕਿਤੇ ਪਲਾਟ ਦੱਬ ਲਿਆ, ਪੈਸੇ ਲੈ ਕੇ ਮੁੱਕਰ ਗਿਆ। ਫਿਰ ਬੰਦਾ ਇਹੋ ਜਿਹੇ ਕੰਮ ਕਰਦਾ। ਜਦੋਂ ਮਾਇਆ ਦੀ ਖਾਤਰ ਪੁੱਠੇ ਕੰਮ ਕਰਦਾ ਹੈ, ਫਿਰ ਕਹਿੰਦੇ ਜੋ ਬੀਜੈ ਸੋਈ ਫਲ ਪਾਏ। ਫਿਰ ਜੋ ਬੀਜਦਾ ਉਹੀ ਵੀ ਲੈਣਾ। ਕਹਿੰਦੇ ਸਿਆਣੇ ਕਹਿੰਦੇ ਕਿੱਕਰ ਬੀਜ ਕੇ ਨਾ ਫੁੱਲ ਨਹੀਂ ਲੱਗਿਆ ਕਰਦੇ। ਲੋੜ ਹੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ। ਜੱਟ ਬੀਜ ਤੇ ਕਿੱਕਰ ਹੈ। ਕਹਿੰਦਾ ਮੈਂ ਬਿਜਨੌਰ ਦੀਆਂ ਦਾਖਾਂ ਖਾਣੀਆਂ। ਉੱਥੋਂ ਦੀ ਬੜੀਆਂ ਪ੍ਰਸਿੱਧ ਦਾਖਾਂ ਨੇ, ਉਹ ਖਾਣੀ ਵੀ ਭਲਿਆ ਮਾਨਸਾ ਬੀਜ ਤੇ ਤੂੰ ਕਿੱਕਰ ਹੈ, ਹੁਣ ਦਾਖਾਂ ਥੋੜ੍ਹੀ ਲੱਗਣੀ। ਇਹ ਮਨੁੱਖ ਮਾੜੇ ਕੰਮ ਕਰਕੇ ਚੰਗੇ ਨਤੀਜੇ ਦੀ ਆਸ ਰੱਖਦਾ ਹੈ, ਕਿਉਂਕਿ ਅਗਿਆਨੀ ਹੈ। ਇਹਨੂੰ ਗਿਆਨ ਹੀ ਨਹੀਂ ਕਿ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਸੂਨਰ ਲੇਟਰ ਮੰਦਾ ਹੀ ਨਿਕਲਣਾ। ਇਸ ਲਈ ਬਾਈਬਲ ਕਹਿੰਦੀ ਹੈ ਡੂ ਗੁੱਡ ਫਾਈਂਡ ਗੁੱਡ, ਕਰ ਭਲਾ ਹੋ ਭਲਾ। ਇਸ ਲਈ ਭਲੇ ਕਰਮ ਕਰਨੇ ਚਾਹੀਦੇ ਨੇ। ਜਦੋਂ ਕੋਈ ਮਨੁੱਖ ਭਲੇ ਕਰਮ ਕਰਦਾ ਹੈ, ਸਮਾਂ ਆਉਣ 'ਤੇ ਲੋਕ ਵੀ ਉਹਦੇ ਨਾਲ ਭਲਾ ਕਰਦੇ ਨੇ। ਤੁਸੀਂ ਕਿਸੇ ਦੀ ਸਹਾਇਤਾ ਕਰਦੇ ਹੋ, ਲੋੜ ਪੈਣ 'ਤੇ ਅਗਲਾ ਵੀ ਤੁਹਾਡੀ ਸਹਾਇਤਾ ਕਰਦਾ ਹੈ। ਸੋ ਇਸ ਲਈ ਇਹ ਮਨਮੁਖ ਹੈ, ਇਹ ਅਗਿਆਨੀ ਹੈ। ਜੋ ਬੀਜੈ ਸੋਈ ਫਲ ਪਾਏ। ਫਿਰ ਜੋ ਬੀਜਦਾ ਉਹੀ ਇਹਨੂੰ ਮਿਲਦਾ ਹੈ। ਸੁਪਨੇ ਸੁੱਖ ਨਾ ਪਾਵਣੇ। ਇਹਨੂੰ ਤਾਂ ਸੁਪਨੇ 'ਚ ਵੀ ਸੁੱਖ ਨਹੀਂ ਮਿਲਦਾ, ਸੁਪਨਿਆਂ 'ਚ ਵੀ ਦੁੱਖ ਭੋਗਦਾ ਰਹਿੰਦਾ। ਭੈੜੇ ਭੈੜੇ ਡਰਾਉਣੇ ਸੁਪਨੇ ਆਉਂਦੇ ਰਹਿੰਦੇ ਹਨ। ਜਿਹੜੇ ਗੁਰਮੁਖ ਹੁੰਦੇ ਨੇ, ਪਹਿਲਾਂ ਤਾਂ ਇਹਨੂੰ ਸੁਪਨੇ ਆਉਂਦੇ ਹੀ ਨਹੀਂ। ਗੁਰਮੁਖ ਜਿਹੜਾ ਬੰਦਾ 6-7 ਮਹੀਨਿਆਂ ਬਾਅਦ ਕਿਤੇ ਇੱਕ ਅੱਧਾ ਸੁਪਨਾ ਆਉਂਦਾ,
ਅਤੇ ਉਹ ਵੀ ਜਿਹੜਾ ਆਉਂਦਾ ਵਧੀਆ ਆਉਂਦਾ। ਕਿਤੇ ਉਹ ਕਥਾ ਕੀਰਤਨ ਸੁਣ ਰਿਹਾ ਹੈ, ਕਿਤੇ ਉਹ ਸੰਤਾਂ ਮਹਾਤਮਾ ਕੋਲ ਬੈਠਾ ਹੈ, ਕਿਤੇ ਗੁਰੂ ਦੇ ਦਰਸ਼ਨ ਕਰ ਰਿਹਾ ਹੈ, ਕਿਤੇ ਤੀਰਥ ਸਥਾਨ 'ਤੇ ਗਿਆ ਹੋਇਆ ਹੈ, ਉਹਨੂੰ ਇਹੋ ਜਿਹੇ ਸੁਪਨੇ ਆਉਂਦੇ। ਹੁਣ ਜੀ ਗੁਰਮੁਖ ਨੂੰ ਬਹੁਤ ਘੱਟ ਸੁਪਨੇ ਆਉਂਦੇ ਨੇ, ਕਈ ਮਹੀਨਿਆਂ ਬਾਅਦ ਇੱਕ ਅੱਧਾ ਜਾ ਕੇ ਸੁਪਨਾ ਆਉਂਦਾ, ਨਹੀਂ ਤਾਂ ਆਰਾਮ ਨਾਲ ਗੂੜੀ ਨੀਂਦ ਸੌਂਦਾ ਹੈ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਇਹਨੂੰ ਮਨ ਨਹੀਂ ਪੜ੍ਹਨਾ, ਟਿੱਪੀ ਬੋਲਣੀ ਨਹੀਂ ਹੈ। ਇਹ ਤਾਂ ਕਵਿਤਾ ਦੇ ਨਿਯਮ ਨੇ ਕਿ ਉਸ ਦੇ ਵਿੱਚ ਜਿਹੜਾ ਹੈ ਮਾਤਰਾਵਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਸ ਲਈ ਕਿਤੇ ਟਿੱਪੀ ਲਾਈ ਹੈ ਅਤੇ ਕਿਤੇ ਨਹੀਂ ਲਾਈ। ਇੱਥੇ ਲਾਈ ਹੋਈ ਹੈ, ਪਰ ਉਹ ਜੇ ਟਿੱਪੀ ਬੋਲੇ ਉਹ ਤਾਂ ਮਨ ਹੁੰਦਾ ਮੰਨਣਾ। ਬਿਨਾਂ ਟਿੱਪੀ ਦਾ ਅਰਥ ਹੈ ਮਨ ਵਿੱਚ, ਇਸ ਲਈ ਤੇ ਮਨ ਬੋਲਣਾ, ਮਨ ਨਹੀਂ ਬੋਲਣਾ, ਮਨ। ਗੁਰ ਕਾ ਸ਼ਬਦ ਮਨ ਵਸਾਏ, ਅਣ ਦਿਨ ਸਦਾ ਰਹਿ ਭੈ ਅੰਦਰ, ਭੈ ਮਾਰ ਭਰਮ ਚੁਕਾਵਣੇ। ਗੁਰੂ ਮਹਾਰਾਜ ਕਹਿੰਦੇ ਆਪਣੀ ਕਿਰਪਾ ਕਰੇ ਸੋਈ ਜਨ ਪਾਏ। ਜਿਸ 'ਤੇ ਪਰਮਾਤਮਾ ਕਿਰਪਾ ਕਰਦਾ ਨਾ, ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਦੂਜੇ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਜਿਸ ਦੀ ਕਿਰਪਾ ਨਹੀਂ। ਕਿਉਂ? ਉਹਦਾ ਮਨ ਗੁਰੂ ਕੋਲ ਜਾਣ ਨੂੰ ਕਰਦਾ ਹੀ ਨਹੀਂ, ਅਤੇ ਨਾਮ ਦਾ ਦਾਤਾ ਤੇ ਗੁਰੂ ਹੈ। ਉਹ ਗੁਰੂ ਕੋਲ ਜਾਂਦੇ ਨਹੀਂ, ਨਾ ਗੁਰੂ ਨੂੰ ਧਾਰਨ ਕਰਦਾ ਹੈ, ਨਾ ਉਹਨੂੰ ਨਾਮ ਮਿਲਦਾ। ਜਿਸ 'ਤੇ ਪਰਮਾਤਮਾ ਕਿਰਪਾ ਕਰਦਾ ਉਹਨੂੰ ਫਿਰ ਗੁਰੂ ਦੀ ਸੰਗਤ 'ਚ ਭੇਜਦਾ। ਜਦੋਂ ਗੁਰੂ ਦੀ ਗੱਲ ਸਿੱਖਿਆ ਸੁਣਦਾ ਰਹਿੰਦਾ, ਫਿਰ ਉਹਦਾ ਮਨ ਕਰਦਾ ਮੈਂ ਵੀ ਗੁਰੂ ਵਾਲਾ ਹੋ ਜਾਵਾਂ, ਫਿਰ ਉਹਨੂੰ ਨਾਮ ਦੀ ਦਾਤ ਮਿਲਦੀ ਹੈ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਹੁਣ ਮਿਲਦਾ ਕੀ ਹੈ? ਗੁਰੂ ਦਾ ਸ਼ਬਦ, ਗੁਰਮੰਤਰ। ਫਿਰ ਉਹ ਗੁਰਮੰਤਰ ਨੂੰ, ਗੁਰੂ ਦੇ ਸ਼ਬਦ ਨੂੰ ਮਨ 'ਚ ਵਸਾ ਲੈਂਦਾ ਹੈ, ਕਿਉਂ? ਪਰਮਾਤਮਾ ਨੇ ਕਿਰਪਾ ਕਰਦੀ ਨੂੰ। ਫਿਰ ਉਹ ਕੀ ਕਰਦਾ ਹੈ? ਅਣ ਦਿਨ ਸਦਾ ਰਹਿ ਭੈ ਅੰਦਰ। ਉਹ ਅਣ ਦਿਨ ਹੁੰਦਾ ਦਿਨ ਰਾਤ ਪਾ, ਹਮੇਸ਼ਾ। ਉਹ ਹਮੇਸ਼ਾ ਪਰਮਾਤਮਾ ਦੇ ਭੈ 'ਚ ਰਹਿੰਦਾ, ਪਰਮਾਤਮਾ ਨੂੰ ਵੇਖ ਰਿਹਾ ਹੈ। ਜੇ ਮੈਂ ਗਲਤ ਕੰਮ ਕੀਤਾ, ਪਰਮਾਤਮਾ ਮੇਰੇ ਨਾਲ ਨਾਰਾਜ਼ ਹੋ ਜਾਏਗਾ, ਉਹਦੇ ਭੈ 'ਚ ਰਹਿੰਦਾ, ਉਸ ਤੋਂ ਡਰ ਕੇ ਰਹਿੰਦਾ, ਕਿਉਂਕਿ ਡਰ ਤੋਂ ਬਿਨਾਂ ਸੁਧਾਰ ਨਹੀਂ ਹੋਇਆ ਕਰਦਾ। ਇਹ ਬੰਦਾ ਡਰ ਤੋਂ ਬਿਨਾਂ ਨਹੀਂ ਸੁਧਰਦਾ। ਡਰ ਡੰਡੇ ਦਾ ਵੀ ਹੁੰਦਾ ਅਤੇ ਡਰ ਜੁਰਮਾਨੇ ਦਾ ਵੀ ਹੁੰਦਾ। ਸਾਡੇ ਦੇਸ਼ 'ਚ ਡੰਡੇ ਨਾਲ ਸੁਧਾਰਦੇ ਨੇ, ਬਾਹਰਲੇ ਦੇਸ਼ਾਂ ਜੁਰਮਾਨੇ ਨਾਲ ਸੁਧਾਰਦੇ ਨੇ। ਮੇਰੇ ਜੁਰਮਾਨਾ ਹੀ ਇੰਨਾ ਕਰ, ਜਿਹਨੇ ਸਾਰੇ ਦਿਨ 'ਚ ਕਮਾ ਲਿਆ ਨਾ, ਉਹਨੇ ਜੁਰਮਾਨਾ ਕਰ ਦੇ ਗਿਆ, ਸਾਰੇ ਦਿਨ ਦੀ ਕਮਾਈ ਐਵੇਂ ਹੀ ਗਈ। ਬਾਹਰਲੇ ਦੇਸ਼ਾਂ 'ਚ ਜਿਹੜੇ ਕਾਨੂੰਨ ਮੰਨਦੇ ਨੇ, ਸਿਰਫ ਇਸ ਲਈ ਮੰਨਦੇ ਨੇ ਕਿ ਉਸ 'ਤੇ ਜੁਰਮਾਨਾ ਬਹੁਤ ਜ਼ਿਆਦਾ। ਤੁਸੀਂ ਕਾਨੂੰਨ ਭੰਗ ਕੀਤਾ ਨਹੀਂ ਅਤੇ ਉਹਨਾਂ ਤੁਹਾਨੂੰ ਜੁਰਮਾਨਾ ਕੀਤਾ ਨਹੀਂ। ਉਹਨਾਂ ਉਂਝ ਤੁਹਾਨੂੰ ਕੁਛ ਨਹੀਂ ਕਹਿਣਾ, ਉਹਨਾਂ ਕੋਈ ਕੁੱਟਣਾ ਮਾਰਨਾ ਨਹੀਂ ਤੁਹਾਨੂੰ। ਇੱਥੇ ਤਾਂ ਕੁੱਟਦੇ ਮਾਰਦੇ ਨੇ ਨਾ। ਇੱਥੇ ਤਾਂ ਮੰਨ ਲਓ ਕਿਸੇ ਨੇ ਨਹੀਂ ਮੂੰਹ ਬੰਦ ਕੇ ਮਾਸਕ ਪਾਇਆ, ਉਹਨੂੰ ਕੁੱਟਣ ਮਾਰਨਗੇ। ਉੱਥੇ ਇਸ ਤਰ੍ਹਾਂ ਨਹੀਂ ਕਰਦੇ, ਉੱਥੇ ਜੁਰਮਾਨਾ ਕਰ ਦਿੰਦੇ ਨੇ ਵੀ ਲਾ ਭਰੀ ਜਲ ਪੈਸੇ ਹੋਣ। ਜਿਵੇਂ ਜਦੋਂ ਕੋਈ 3 ਵਾਰ ਗਲਤੀ ਕਰ ਲੈਂਦਾ ਡਰਾਈਵਰ ਕੋਈ, ਉਹ ਤੋਂ ਬਾਅਦ ਉਹਦਾ ਲਾਇਸੈਂਸ ਹੀ ਕੈਂਸਲ ਕਰ ਦਿੰਦੇ, ਜਾ ਹੁਣ ਤੂੰ ਗੱਡੀ ਚਲਾ ਹੀ ਨਹੀਂ ਸਕਦਾ, ਨਿਬੜਿਆ ਕੰਮ, ਖਾਏ ਜਾਂ ਧੱਕੇ। ਸੋ ਇਸ ਲਈ ਜਿਹਨੂੰ ਫਿਰ ਗੁਰੂ ਤੋਂ ਨਾਮ ਮਿਲ ਜਾਂਦਾ ਨਾ ਸ਼ਬਦ, ਫਿਰ ਗੁਰੂ ਦੇ ਸ਼ਬਦ ਉਹਨੂੰ ਮਨ 'ਚ ਵਸਾ ਲੈਂਦਾ ਹੈ। ਦਿਨ ਰਾਤ ਪਰਮਾਤਮਾ ਦੇ ਭੈ 'ਚ ਰਹਿੰਦਾ ਹੈ। ਜਿਹੜਾ ਭੈ ਨਾ, ਭੈ ਮਾਰ, ਪਰਮਾਤਮਾ ਦੇ ਭੈ ਵਿੱਚ ਜਿਹੜਾ ਰਹਿੰਦਾ ਉਹ ਸੰਸਾਰਿਕ ਭੈ ਨੂੰ ਮਾਰ ਲੈਂਦਾ ਹੈ। ਉਹਨੂੰ ਸੰਸਾਰ ਤੋਂ ਨਹੀਂ ਡਰ ਲੱਗਦਾ। ਜਿਹੜਾ ਪਰਮਾਤਮਾ ਤੋਂ ਡਰਦਾ ਨਾ, ਉਹ ਲੋਕਾਂ ਤੋਂ ਨਹੀਂ ਡਰਦਾ। ਅਤੇ ਜਿਹੜਾ ਪਰਮਾਤਮਾ ਤੋਂ ਨਹੀਂ ਡਰਦਾ, ਉਹ ਧਿਰ ਤੋਂ ਡਰਦਾ। ਹੁਣ ਜਿਨ੍ਹਾਂ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ, ਉਹ ਸਿਰਫ ਪਰਮਾਤਮਾ ਤੋਂ ਡਰਦੇ ਸਨ, ਇਸ ਲਈ
ਉਹ ਕਿਸੇ ਤੋਂ ਡਰੇ ਹੀ ਨਹੀਂ। ਤੈਨੂੰ ਕਤਲ ਕਰ ਦਿੱਤਾ ਜੇ ਕਦੇ ਕਰ ਲਓ ਜੀ, ਤਾਂ ਨੀਹਾਂ ਚਿਣ ਦਿੱਤਾ ਚਿਣ ਦਿਓ ਜੀ, ਤੁਹਾਨੂੰ 2 ਫਾੜ ਚੀਰ ਕਰ ਦਿੱਤਾ ਚੀਰ ਲਓ ਜੀ, ਤੁਹਾਡੇ ਬੰਦ ਕਰ ਦਿੱਤੇ ਕੱਟ ਲਓ ਜੀ। ਉਹ ਭੈ 'ਚ ਆਈ ਨਹੀਂ, ਕਿਉਂਕਿ ਪਰਮਾਤਮਾ ਦੇ ਭੈ 'ਚ ਰਹਿੰਦੇ ਸਨ। ਸੋਨੇ ਦੇ ਭੈ ਖਤਮ ਹੋ ਜਾਂਦਾ, ਭਰਮ 'ਚ ਕਾਵਨ ਹੈ। ਭਰਮ ਕਾਰਨ ਹੀ ਭੈ ਹੈ। ਉਹਦੀ ਉਦਾਹਰਣ ਵੀ ਗੁਰਬਾਣੀ ਦਿੱਤੀ ਹੈ, ਸੱਪ ਅਤੇ ਰੱਸੀ ਦੀ। ਵੀ ਰਾਤ ਨੂੰ ਰੱਸੀ ਵਿਹੜੇ 'ਚ ਪਈ ਹੈ, ਕੋਈ ਮੂੰਹ ਹਨੇਰੇ ਬੰਦਾ ਉੱਠਿਆ, ਘਰ ਦਾ ਮਾਲਕ, ਜਦ ਵਿਹੜੇ 'ਚ ਗਿਆ ਉਹਨੂੰ ਭੁਲੇਖਾ ਭਰਮ ਹੋ ਗਿਆ ਕਿਤੇ ਸੱਪ ਹੈ ਤੇ ਰੱਸੀ, ਪਰ ਉਹਨੂੰ ਸੱਪ ਲੱਗ ਰਿਹਾ, ਇਸ ਲਈ ਡਰ ਰਿਹਾ ਹੈ ਵੀ ਕਿਤੇ ਸੱਪ ਅੰਦਰ ਨਾ ਆ ਜਾਏ, ਕਿਤੇ ਮੈਨੂੰ ਵੱਢ ਨਾ ਹੋਵੇ। ਪਰ ਜਦੋਂ ਚਾਨਣ ਹੋ ਜਾਂਦਾ ਹੈ ਉਹਦਾ ਭਰਮ ਖਤਮ ਹੋ ਜਾਂਦਾ, ਉਹ ਇਹ ਤਾਂ ਰੱਸੀ ਹੈ, ਤੇ ਉਹਦਾ ਡਰ ਵੀ ਖਤਮ ਹੋ ਜਾਂਦਾ। ਅਸੀਂ ਭਰਮ ਵਿੱਚ ਹਾਂ, ਇਸ ਲਈ ਅਸੀਂ ਡਰਦੇ ਰਹਿੰਦੇ ਹਾਂ। ਅਸਲ 'ਚ ਅਸੀਂ ਡਰ ਕਿਉਂ ਰਿਹਾ? ਕਿਉਂਕਿ ਅਸੀਂ ਭਰਮ ਵਿੱਚ ਹਾਂ। ਗੱਲਾਂ ਬਾਤਾਂ ਨਾਲ ਭਰਮ ਖਤਮ ਨਹੀਂ ਹੁੰਦਾ। ਇਹਦੇ ਬਹੁਤ ਭਜਨ ਬੰਦਗੀ ਤੋਂ ਬਾਅਦ ਜਾ ਕੇ ਕਿਤੇ ਭਰਮ ਸਮਾਪਤ ਹੁੰਦਾ, ਅਸਲੀਅਤ ਦਾ ਪਤਾ ਲੱਗਦਾ। ਅਤੇ ਜਦੋਂ ਅਸਲੀਅਤ ਦਾ ਪਤਾ ਲੱਗ ਗਿਆ ਫਿਰ ਡਰ ਖਤਮ ਹੋ ਜਾਂਦਾ। ਭੈ ਮਾਰ ਭਰਮ 'ਚ ਕਾਵਨਿਆ। ਇਸ ਲਈ ਸੰਸਾਰਿਕ ਡਰ ਨੂੰ ਮਾਰ ਕੇ ਉਹਦਾ ਭਰਮ ਅੰਦਰੋਂ ਖਤਮ ਹੋ ਜਾਂਦਾ। ਫਿਰ ਕੀ ਹੁੰਦਾ? ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਭਰਮ ਚੁਕਾਇਆ, ਜਿਹਦਾ ਭਰਮ ਖਤਮ ਹੋ ਗਿਆ ਸਦਾ ਸੁਖ ਪਾਇਆ, ਉਹ ਤਾਂ ਸਦਾ ਸੁਖੀ ਹੈ। ਭਰਮ ਕਰਕੇ ਹੀ ਦੁਖੀ ਸੀ, ਕਿਤੇ ਐ ਨਾ ਹੋ ਜਾਏ, ਕਿਤੇ ਆ ਨਾ ਹੋ ਜਾਏ। ਜਿਵੇਂ ਹਨੇਰਾ ਹੋ ਗਿਆ, ਬੰਦਾ ਇਕੱਲਾ ਡਰ ਜਾਂਦਾ, ਹੁਣ ਉਹ ਭਰਮ ਹੈ ਉਹਨੂੰ ਕਿ ਕਿਤੇ ਮੈਨੂੰ ਕੋਈ ਮਾਰ ਨਾ ਜਾਏ, ਕਿਤੇ ਮੇਰੇ ਤੋਂ ਕੋਈ ਖੋਹ ਨਾ ਲਵੇ, ਇਸ ਲਈ ਡਰਦਾ। ਇਸ ਲਈ ਉਹ ਡਰਦਾ ਕਿ ਉਹਨੂੰ ਭਰਮ ਹੈ। ਜਦੋਂ ਭਰਮ ਖਤਮ ਹੋ ਜਾਂਦਾ ਸਦਾ ਸੁਖ, ਉਹਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਗੁਰ ਪ੍ਰਸਾਦ ਪਰਮ ਪਦ ਪਾਇਆ, ਫਿਰ ਗੁਰੂ ਦੀ ਕਿਰਪਾ ਨਾਲ ਉਹਨੂੰ ਪਰਮ ਪਦਵੀ, ਸਭ ਤੋਂ ਉੱਚੀ ਆਤਮਿਕ ਅਵਸਥਾ। ਭਜਨ ਬੰਦਗੀ ਕਰਦੇ ਹਾਂ, ਆਤਮਿਕ ਅਵਸਥਾ ਉੱਚੀ ਹੁੰਦੀ ਜਾਂਦੀ ਹੈ, ਉੱਚੀ ਹੁੰਦੀ ਜਾਂਦੀ ਹੈ। ਜਿਉਂ ਜਿਉਂ ਆਤਮਿਕ ਅਵਸਥਾ ਉੱਚੀ ਹੁੰਦੀ ਹੈ, ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਫਿਰ ਉਦੋਂ ਲੱਗਾ ਰਹਿੰਦਾ ਬੰਦਾ, ਫਿਰ ਹੋਰ ਉੱਚੀ ਅਵਸਥਾ ਹੁੰਦੀ ਹੈ। ਫਿਰ ਸਭ ਤੋਂ ਉੱਚੀ ਅਵਸਥਾ ਹੁੰਦੀ ਹੈ ਬ੍ਰਹਮ ਗਿਆਨ ਦੀ ਅਵਸਥਾ, ਉਹਨੂੰ ਕਹਿੰਦੇ ਪਰਮ ਪਦ। ਫਿਰ ਗੁਰੂ ਦੀ ਕਿਰਪਾ ਨਾਲ ਉਸਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਸਭ ਤੋਂ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਤਰ ਨਿਰਮਲ ਨਿਰਮਲ ਬਾਣੀ, ਉਹਦਾ ਅੰਦਰ ਨਿਰਮਲ ਹੋ ਜਾਂਦਾ। ਉਹ ਨਿਰਮਲ ਬਾਣੀ ਨੂੰ ਪੜ੍ਹਦਾ ਹੈ, ਵਿਚਾਰਦਾ ਹੈ। ਇਹ ਨਿਰਮਲ ਬਾਣੀ ਦੇ ਨਾਲ ਉਹਦਾ ਅੰਦਰ ਨਿਰਮਲ ਹੋ ਜਾਂਦਾ। ਗੁਰਬਾਣੀ ਕਹਿੰਦੀ ਨਿਰਮਲ ਤੇ ਸਭ ਨਿਰਮਲ ਹੋਵੇ। ਪਵਿੱਤਰ ਚੀਜ਼ ਹੀ ਦੂਸਰੇ ਨੂੰ ਪਵਿੱਤਰ ਕਰ ਸਕਦੀ ਹੈ। ਜਿਵੇਂ ਸਾਬਣ ਹੈ, ਇਹ ਦੂਜਿਆਂ ਦੀ ਮੈਲ ਲਾਉਂਦਾ, ਆਪ ਮੈਲਾ ਨਹੀਂ ਹੁੰਦਾ। ਜੇ ਸਾਬਣ ਆਪ ਹੀ ਮੈਲਾ ਹੋ ਜਾਏ ਫਿਰ ਕੱਪੜਿਆਂ ਨੂੰ ਕਿਵੇਂ ਸਾਫ਼ ਕਰੇਗਾ? ਬਾਣੀ ਨਿਰਮਲ ਹੈ, ਇਹ ਆਪ ਨਹੀਂ ਮੈਲੀ ਹੁੰਦੀ, ਇਹ ਤਾਂ ਦੂਜੇ ਦੇ ਅੰਦਰ ਨੂੰ ਨਿਰਮਲ ਕਰਦੀ ਹੈ। ਜਦੋਂ ਮਨ ਨਿਰਮਲ ਹੋ ਜਾਂਦਾ ਨਾ, ਹਰ ਗੁਣ ਸਹਿਜੇ ਗਾਵਨ, ਫਿਰ ਸਹਿ ਸਬਾਈ ਹਰੀ ਦੇ ਗੁਣ ਗਾਉਂਦਾ ਰਹਿੰਦਾ, ਭਾਵ ਨਾਮ ਜਪਦਾ ਰਹਿੰਦਾ। ਸਹਿ ਸਬਾ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ। ਹੁਣ ਤਾਂ ਸਾਨੂੰ ਉਚੇਚ ਕਰਨਾ ਪੈਂਦਾ ਹੈ। ਅੰਮ੍ਰਿਤ ਵੇਲੇ ਉੱਠੋ, ਅਲਾਰਮ ਲਾ ਕੇ ਉੱਠੋ, ਉਂਝ ਜਾਗ ਨਹੀਂ ਆਉਂਦੀ ਹੈ। ਬੰਦਾ ਅਲਾਰਮ ਉਚੇਚ ਕੀਤਾ ਨਾ, ਫਿਰ ਉਚੇਚ ਕਰਨਾ ਪੈਂਦਾ, ਫਿਰ ਸਹਿ ਸਬਾਈ ਹੋ ਜਾਂਦਾ। ਮਹਾਤਮਾ ਗਾਂਧੀ ਕਹਿੰਦੇ, ਮੈਂ ਕਦੇ ਵੀ ਅਲਾਰਮ ਨਹੀਂ ਲਾਇਆ। ਮੈਂ ਕਹਿੰਦਾ ਆਪਣੇ ਮਨ ਨੂੰ ਕਹਿ ਦੇਣਾ ਵੀ ਮੈਨੂੰ ਸਵੇਰੇ ਕਹੇ ਤੂੰ ਮੈਨੂੰ 2 ਵਜੇ ਉਠਾ ਦੇਈਂ, ਅਤੇ ਕਦੇ ਠੀਕ 2 ਵਜੇ ਮੈਨੂੰ ਜਾਗ ਆ ਜਾਂਦੀ ਹੈ।
ਕਿ ਮੈਂ ਕਦੇ ਅਲਾਰਮ ਨਹੀਂ ਲਾਇਆ। ਮੈਂ ਆਪਣੇ ਮਨ ਨੂੰ ਕਹਿ ਦੇਣਾ ਲੈ ਮੈਨੂੰ ਸਵੇਰੇ 3 ਵਜੇ ਉਠਾ ਦੇਈਂ, ਉਹ ਮੈਨੂੰ 3 ਵਜੇ ਉਠਾ ਦਿੰਦਾ। ਮੈਨੂੰ 2 ਵਜੇ ਉਠਾ ਦੇਈਂ, ਉਹ 2 ਵਜੇ ਉਠਾ ਦਿੰਦਾ। ਫਿਰ ਸਹਿਜ ਸੁਭਾਅ ਹੁੰਦਾ ਰਹਿੰਦਾ। ਉਹ ਸਹਿਜੇ ਫਿਰ ਹਰ ਗੁਣ ਸਹਿਜੇ ਗਾਵਨੇ, ਉਹ ਸਹਿਜ ਸੁਭਾਅ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਸਿਮਰਤ ਸਾਸਤ ਵੇਦ ਵਖਾਣੇ, ਪਰਮੇ ਭੂਲਾ ਤਤ ਨ ਜਾਣੈ। ਬਿਨ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖੋ ਦੁੱਖ ਕਮਾਵਣੇ। ਸਿਮਰਤ ਸਾਸਤ ਸ਼ਾਸਤਰ ਤੋਂ ਛੋਟਾ ਬਣਾਇਆ। ਸਿਮਰਤ ਸ਼ਾਸਤ ਵੇਦ ਵਖਾਣ। ਕੋਈ ਸਿਮਰਤੀਆਂ ਪੜ੍ਹਦਾ, ਸ਼ਾਸਤਰ ਪੜ੍ਹਦਾ ਹੈ। 6 ਸ਼ਾਸਤਰ ਨੇ ਹਿੰਦੂਆਂ ਦੇ, 27 ਸਿਮਰਤੀਆਂ ਨੇ, 4 ਵੇਦ ਨੇ। ਕੋਈ ਸਿਮਰਤੀਆਂ ਪੜ੍ਹ ਕੇ ਸੁਣਾ ਰਿਹਾ ਹੈ, ਕੋਈ ਸ਼ਾਸਤਰ ਪੜ੍ਹ ਕੇ ਲੋਕਾਂ ਨੂੰ ਸੁਣਾ ਰਿਹਾ ਹੈ, ਕੋਈ ਵੇਦ ਪੜ੍ਹ ਕੇ ਸੁਣਾ ਰਿਹਾ। ਪਰਮੇ ਭੂਲਾ ਤਤ ਨ ਜਾਣੈ। ਪਰ ਇਹ ਮਨੁੱਖ ਭਰਮ 'ਚ ਹੈ, ਇਸ ਲਈ ਉਹਨੂੰ ਅਸਲੀਅਤ ਦਾ ਪਤਾ ਹੀ ਨਹੀਂ ਹੈ। ਅਸਲੀਅਤ ਕੀ ਹੈ ਕਿ ਨਿਰੀਆਂ ਧਾਰਮਿਕ ਪੁਸਤਕਾਂ ਪੜ੍ਹ ਕੇ ਤੁਹਾਨੂੰ ਪਰਮਾਤਮਾ ਪ੍ਰਾਪਤ ਨਹੀਂ ਹੋਏਗਾ ਜਿੰਨਾ ਚਿਰ ਤੁਸੀਂ ਗੁਰੂ ਵਾਲੇ ਨਹੀਂ ਹੁੰਦੇ। ਇੱਕ ਬੰਦਾ ਹੈ, 2 ਬੰਦੇ ਨੇ। ਇੱਕ ਨੇ ਗੁਰੂ ਧਾਰਨ ਨਹੀਂ ਕੀਤਾ, ਨਗੁਰ ਹੈ, ਬਾਣੀ ਉਹ ਵੀ ਪੜ੍ਹ ਰਿਹਾ। ਇੱਕ ਗੁਰੂ ਵਾਲਾ ਬਾਣੀ ਉਹ ਵੀ ਪੜ੍ਹ ਰਿਹਾ ਹੈ। ਰੱਬ ਦੀ ਪ੍ਰਾਪਤੀ ਸਿਰਫ ਉਸ ਨੂੰ ਹੋਵੇਗੀ ਜਿਹੜਾ ਗੁਰੂ ਵਾਲਾ ਹੈ। ਦੂਜੇ ਦੀ ਅਵਸਥਾ ਤਾਂ ਅੱਛੀ ਹੋ ਜਾਏਗੀ, ਕਿਉਂਕਿ ਬਾਣੀ ਨੇ ਤਾਂ ਆਪਣਾ ਫਾਇਦਾ ਦੇਣਾ ਹੀ ਦੇਣਾ। ਬਾਣੀ ਪੜ੍ਹੀ ਹੋਈ ਐਵੇਂ ਨਹੀਂ ਜਾਣੀ। ਪਰ ਨਗੁਰੇ ਨੂੰ ਬਾਣੀ ਪੜ੍ਹ ਕੇ ਰੱਬ ਨਹੀਂ ਮਿਲਦਾ, ਜਦੋਂ ਕਿ ਗੁਰੂ ਵਾਲੇ ਨੂੰ ਬਾਣੀ ਪੜ੍ਹ ਕੇ ਰੱਬ ਮਿਲ ਸਕਦਾ ਹੈ। ਇਸ ਲਈ ਸਿਮਰਤੀਆਂ ਦੇ ਪਾਠ ਕਰਦਾ ਹੈ, ਸ਼ਾਸਤਰਾਂ ਦੇ ਪਾਠ ਕਰਦਾ ਹੈ, ਵੇਦਾਂ ਦਾ ਪਾਠ ਕਰਦਾ ਹੈ, ਪਰ ਭਰਮ 'ਚ ਭੁੱਲਿਆ ਹੋਇਆ ਹੈ। ਤਤ ਨਾ ਜਾਣੇ, ਤਤ ਅਸਲੀਅਤ ਨੂੰ ਕਹਿੰਦੇ। ਉਹਨੂੰ ਅਸਲੀਅਤ ਦਾ ਪਤਾ ਹੀ ਨਹੀਂ ਹੈ। ਅਸਲੀਅਤ ਕੀ ਹੈ? ਬਿਨ ਸਤਿਗੁਰ ਸੇਵੇ ਸੁਖ ਨਾ ਪਾਏ। ਗੁਰੂ ਦੀ ਸੇਵਾ ਤੋਂ ਬਿਨਾਂ ਉਹਨੂੰ ਸੁੱਖ ਮਿਲਦਾ ਹੀ ਨਹੀਂ ਹੈਗਾ। ਦੁੱਖੋ ਦੁੱਖ ਕਮਾਵਣੇ। ਇਸ ਲਈ ਜੋ ਵੀ ਉਹ ਕਰਮ ਕਰਦਾ ਉਹ ਦੁੱਖ ਦਾ ਕਾਰਨ ਬਣ ਜਾਂਦਾ ਹੈ। ਆਪਣੇ ਵੱਲੋਂ ਸੁੱਖ ਲਈ ਕੀਤਾ ਉਹ ਦੁੱਖ ਰੂਪ ਹੋ ਜਾਂਦਾ ਹੈ। ਇਹ ਤਾਂ ਗੁਰੂ ਦੀ ਅਗਵਾਈ ਦੇ ਵਿੱਚ ਚੱਲ ਕੇ ਹੀ ਕਿਸੇ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਆਪ ਕਰੇ ਕਿਸ ਆਖੈ ਕੋਈ, ਆਖਣ ਜਾਈਏ ਜੇ ਭੂਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣੇ। ਆਪ ਕਰੇ ਕਿਸ ਆਖੈ ਕੋਈ। ਪਰਮਾਤਮਾ ਆਪ ਹੀ ਸਭ ਕੁਛ ਕਰਨ ਵਾਲਾ ਹੈ। ਇਸ ਲਈ ਕਿਸੇ ਨੂੰ ਕੀ ਕਹੀਏ, ਇਸ ਲਈ ਕੀ ਕਹੀਏ। ਜੋ ਕੋਈ ਕਰ ਰਿਹਾ ਪਰਮਾਤਮਾ ਦੇ ਵਿੱਚ ਬੈਠਾ ਕਰ ਰਿਹਾ। ਆਖਣ ਜਾਈਏ ਜੇ ਭੁੱਲਾ ਹੋਈ। ਜੇ ਪਰਮਾਤਮਾ ਭੁੱਲਿਆ ਹੋਵੇ ਤਾਂ ਹੀ ਕਹਿਣ ਜਾਈਏ ਨਾ। ਉਹ ਤਾਂ ਸਭ ਕੁਝ ਜਾਣਦਾ ਹੈ। ਉਹ ਆਪਣੀ ਮਰਜ਼ੀ ਦਾ ਜੀਵ ਤੋਂ ਕਰਵਾ ਰਿਹਾ ਹੈ। ਉਹ ਆਪ ਹੀ ਕਰਨ ਵਾਲਾ ਹੈ। ਇਸ ਲਈ ਕੋਈ ਕੀ ਆਖ ਸਕਦਾ ਉਸਨੂੰ। ਜੇ ਕੋਈ ਗਲਤੀ ਕਰਦਾ ਹੋਵੇ ਉਹਨੂੰ ਤਾਂ ਕਿਹਾ ਜਾ ਸਕਦਾ ਹੈ, ਪਰ ਉਹ ਤਾਂ ਆਪ ਜਾਣੀ ਜਾਣ ਹੈ। ਉਹ ਭੁੱਲਿਆ ਹੋਇਆ ਨਹੀਂ ਹੈ, ਇਸ ਲਈ ਉਹਨੂੰ ਕੁਝ ਨਹੀਂ ਕਿਹਾ ਜਾ ਸਕਦਾ। ਨਾਨਕ ਆਪੇ ਕਰੇ ਕਰਾਏ। ਪਰਮਾਤਮਾ ਆਪ ਹੀ ਕਰਨ ਵਾਲਾ ਹੈ, ਆਪ ਹੀ ਜੀਵਾਂ ਤੋਂ ਕਰਾਉਣ ਵਾਲਾ ਹੈ। ਨਾਮੇ ਨਾਮ ਸਮਾਵਣੇ। ਨਾਮ ਜਪ ਜਪ ਕੇ ਹੀ ਮਨੁੱਖ ਨਾਮ ਦੇ ਵਿੱਚ ਲੀਨ ਹੋ ਸਕਦਾ ਹੈ। ਨਾਮ ਵਿੱਚ ਸਮਾ ਜਾਣਾ, ਪਰਮਾਤਮਾ ਵਿੱਚ ਸਮਾ ਜਾਣਾ। ਨਾਮ ਜਪ ਜਪ ਕੇ ਹੀ ਨਾਮ ਦੇ ਵਿੱਚ ਸਮਾਇਆ ਜਾ ਸਕਦਾ ਹੈ। ਕਿਉਂਕਿ ਜਿਹੋ ਦੇ ਨਾਲ ਰਲਣੇ ਸਾਨੂੰ ਉਹੋ ਜਿਹਾ ਹੋਣਾ ਪਵੇਗਾ। ਰੱਬ ਦੇ ਨਾਲ ਮਿਲਣਾ ਹੈ ਤਾਂ ਸਾਨੂੰ ਰੱਬ ਵਰਗਾ ਹੋਣਾ ਪਏਗਾ।
ਉਹਦੇ ਵਰਗਾ ਕਿਵੇਂ ਹੋਇਆ ਜਾ ਸਕਦਾ ਹੈ? ਗੁਰਬਾਣੀ ਕਹਿੰਦਾ ਨਾਮ ਜਪ ਜਪ ਕੇ, ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹੇ ਨੂੰ ਤੁਸੀਂ ਯਾਦ ਕਰਦੇ ਹੋ, ਜਿਹੋ ਜਿਹੇ ਦੀ ਤੁਸੀਂ ਸੇਵਾ ਕਰਦੇ ਹੋ, ਤੁਸੀਂ ਹੌਲੀ ਹੌਲੀ ਉਹੋ ਜਿਹੇ ਹੋ ਜਾਂਦੇ ਹੋ। ਨਾਮ ਜਪਦਾ 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 ਬੰਦਾ ਅੰਦਰੋਂ ਪਰਮਾਤਮਾ ਵਰਗਾ ਹੋ ਜਾਂਦਾ, ਫਿਰ ਪਰਮਾਤਮਾ ਦਾ ਮੇਲ ਹੋ ਜਾਂਦਾ। ਅੱਗੇ ਕਹਿੰਦੇ ਮਾਝ ਮਹਿਲਾ ਤੀਜਾ। ਇਹਨੂੰ ਮਹਿਲਾ ਪੜ੍ਹਨਾ, ਮਹਿਲਾ ਨਹੀਂ ਪੜ੍ਹਨਾ। ਕਈ ਬੋਲਦੇ ਨੇ ਹਾਹਿ ਨੂੰ ਦਲਾਵਾਂ ਲਾ ਦਿੰਦੇ ਨੇ। ਜਾਂ ਮਹੱਲਾ ਪੜ੍ਹਨਾ ਜਾਂ ਮਹਿਲਾ ਪੜ੍ਹਨਾ। ਮੰਮੀ ਨੂੰ ਦਲਾਵਾਂ ਹਾ ਲੱਲੜ ਕਰਨਾ, ਮਹਿਲਾ। ਵਿਆਕਰਨ ਅਨੁਸਾਰ ਇਹਦਾ ਉਚਾਰਨ ਹੈ ਮਹਿਲਾ, ਪ੍ਰਚਲਿਤ ਉਚਾਰਨ ਹੈ ਮਹੱਲਾ। ਜਿਵੇਂ ਭਾਈ ਗੁਰਦਾਸ ਜੀ ਅਨੁਸਾਰ ਇੱਕ ਦਾ ਉਚਾਰਨ ਹੈ ਏਕ, ਆਪਾਂ ਕਹਿੰਦੇ ਇੱਕ ਓਅੰਕਾਰ। ਭਾਈ ਗੁਰਦਾਸ ਜੀ ਕਹਿੰਦੇ ਏਕ ਓਅੰਕਾਰ, ਪਰ ਪ੍ਰਚਲਿਤ ਕੀ ਹੋ ਗਿਆ? ਇੱਕ ਓਅੰਕਾਰ, ਮਤਲਬ ਇੱਕੋ ਹੀ ਦੋਨਾਂ। ਸੋ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਆਪੇ ਰੰਗੇ ਸਹਿਜ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜ੍ਹਾਏ। ਮਨ ਤਨ ਰਤਾ ਰਸਨਾ ਰੰਗ ਚਲੂਲੀ, ਭੈ ਭਾਏ ਰੰਗ ਚੜ੍ਹਾ ਬਣਿਆ। ਆਪੇ ਰੰਗੇ ਸਹਿਜ ਸੁਭਾਏ, ਕਾਹਦੇ ਰੰਗਣੇ? ਨਾਮ 'ਚ। ਪਰਮਾਤਮਾ ਆਪ ਹੀ ਸਹਿਜ ਸੁਭਾਅ ਆਪਣੇ ਜੀਵਨ ਨੂੰ ਨਾਮ ਵਿੱਚ ਰੰਗ ਦਿੰਦਾ ਹੈ। ਗੁਰ ਕੈ ਸ਼ਬਦ ਹਰ ਰੰਗ ਚੜ੍ਹਾਏ। ਕਿਵੇਂ ਰੰਗਦਾ ਉਹ? ਗੁਰੂ ਦੇ ਸ਼ਬਦ ਰਾਹੀਂ। ਪਹਿਲਾਂ ਉਸ ਜੀਵ ਨੂੰ ਗੁਰਮੰਤਰ ਦਿਲਾਉਂਦਾ, ਫਿਰ ਉਹ ਗੁਰਮੰਤਰ ਦਾ ਜਪ ਕਰਦਾ ਹੈ, ਫਿਰ ਉਹਦਾ ਹਰੀ ਨਾਲ ਪਿਆਰ ਪੈਦਾ ਹੁੰਦਾ ਹੈ। ਇਹ ਕਰਦਾ ਪਰਮਾਤਮਾ ਹੀ। ਪਰਮਾਤਮਾ ਜੀਵ ਨੂੰ ਪਹਿਲਾਂ ਗੁਰੂ ਕੋਲੇ ਭੇਜਦਾ ਹੈ। ਇਹ ਜੀਵ ਜਦੋਂ ਗੁਰੂ ਦੀ ਸੰਗਤ ਕਰਦਾ ਹੈ, ਫਿਰ ਉਹਨੂੰ ਸੋਝੀ ਹੁੰਦੀ ਹੈ ਕਿ ਗੁਰੂ ਵਾਲੇ ਹੋਣਾ ਚਾਹੀਦਾ। ਫਿਰ ਉਹ ਗੁਰਮੰਤਰ ਲੈਂਦਾ ਹੈ, ਫਿਰ ਉਹ ਗੁਰਮੰਤਰ ਦਾ ਜਾਪ ਕਰਦਾ ਅਤੇ ਉਹਨੂੰ ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਮਨ ਤਨ ਰੱਤਾ, ਉਹਦਾ ਮਨ ਅਤੇ ਤਨ ਪਿਆਰ 'ਚ ਰੰਗਿਆ ਜਾਂਦਾ ਹੈ। ਰਸਨਾ ਰੰਗ ਚਲੂਲੀ, ਚਲੂਲੀ ਹੁੰਦਾ ਗੂੜਾ ਰੰਗ। ਉਹਦੀ ਜੀਵ ਵੀ ਨਾਮ ਜਪ ਜਪ ਕੇ ਪਿਆਰ 'ਚ ਗੂੜੀ ਹੋ ਜਾਵੇ। ਗੂੜਾ ਪਿਆਰ ਹੁੰਦਾ, ਗੂੜਾ ਰੰਗ ਹੁੰਦਾ। ਭੈ ਭਾਏ ਰੰਗ ਚੜ੍ਹਾ ਬਣਿਆ। ਪਰਮਾਤਮਾ ਦੇ ਭੈ 'ਚ ਰਹਿ ਕੇ ਅਤੇ ਪਰਮਾਤਮਾ ਨੂੰ ਪਿਆਰ ਕਰਕੇ ਹੀ ਪਰਮਾਤਮਾ ਦਾ ਰੰਗ ਚੜ੍ਹਦਾ। ਉਹਦੇ ਨਾਲ ਪਿਆਰ ਤਾਂ ਹੀ ਪੈਦਾ ਹੁੰਦਾ। ਪਿਆਰ ਨੂੰ ਹੀ ਰੰਗ ਕਿਹਾ ਹੈ। ਹੋਂ ਵਾਰੀ ਜੀਓ ਵਾਰੀ, ਨਿਰਭਉ ਮਨ ਵਸਾਵਨਿਆ। ਨਿਰਭਉ ਪਰਮਾਤਮਾ ਦਾ ਕਹਿੰਦੇ ਨਿਰਭਉ ਮਨ ਵਸਾਵਨਿਆ। ਜਿਹੜਾ ਪਰਮਾਤਮਾ ਨੂੰ ਆਪਣੇ ਮਨ 'ਚ ਵਸਾ ਲੈਂਦਾ ਨਾ, ਮੈਂ ਉਸ ਤੋਂ ਕਦੇ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ। ਇੱਥੇ ਨਿਰਭਉ ਦਾ ਭਾਵ ਹੈ ਪਰਮਾਤਮਾ, ਕਿਉਂਕਿ ਬਾਕੀ ਤਾਂ ਸਾਰੇ ਉਹਦੇ ਭੈ 'ਚ ਨੇ। ਬਾਕੀ ਸਾਰੇ ਉਸਦੇ ਭੈ ਵਿੱਚ ਹਨ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤੰਤ, ਸਭ ਭੈ 'ਚ ਨੇ। ਸਿਰ ਨਿਰਭਉ ਇਕੱਲਾ ਪਰਮਾਤਮਾ ਹੀ ਹੈ। ਇਸ ਲਈ ਜਿਹੜਾ ਪਰਮਾਤਮਾ ਨੂੰ ਆਪਣੇ ਮਨ 'ਚ ਵਸਾ ਲੈਂਦਾ ਹੈ, ਗੁਰੂ ਮਰ ਕੇ ਮੈਂ ਉਸ ਤੋਂ ਭਲੇ ਹਾਰ ਜਾਂਦਾ, ਸਦਕੇ ਜਾਂਦਾ, ਵਾਰੀ ਜਾਂਦਾ। ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ। ਪਰਮਾਤਮਾ ਨਿਰਭਉ ਹੈ, ਉਹ ਵੀ ਗੁਰੂ ਦੀ ਕਿਰਪਾ ਨਾਲ ਹੀ ਧਿਆਇਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਹੁੰਦੀ ਤਾਂ ਬੰਦਾ ਨਾਮ ਜਪਦਾ। ਕਈ ਵਾਰੀ ਨਾਮ ਤੇ ਲੈ ਲਿਆ ਹੁੰਦਾ, ਗੁਰਮੰਤਰ ਤੇ ਲੈ ਲਿਆ ਹੁੰਦਾ, ਪਰ ਗੁਰੂ ਦੀ ਕਿਰਪਾ ਨਹੀਂ ਹੁੰਦੀ। ਉਹ ਨਾਮ ਜਪਣ ਨੂੰ ਜੀਅ ਨਹੀਂ ਕਰਦਾ। ਨਾਮ ਜਪਣ ਨੂੰ ਜੀਅ ਨਹੀਂ ਕਰਦਾ। ਕਈ ਕਹਿੰਦੇ ਨੇ ਜੀ ਇਹਨਾਂ ਦੇ ਪਤਾ ਨਾਮ ਜਪਣਾ ਚਾਹੀਦਾ ਹੈ, ਪਰ ਨਾਮ ਜਪਣ ਨੂੰ ਜੀਅ ਨਹੀਂ ਕਰਦਾ।
ਮੈਂ ਭਾਈ ਗੁਰੂ ਮਹਾਰਾਜ ਕੇ ਬੇਨਤੀਆਂ ਕਰਿਆ ਕਰੋ, ਕਿਉਂਕਿ ਕਿਰਪਾ ਤਾਂ ਉਹਨੇ ਕਰਨੀ ਹੈ। ਜਦੋਂ ਗੁਰੂ ਮਹਾਰਾਜ ਕਿਰਪਾ ਕਰ ਦੇਣਗੇ ਫਿਰ ਤੁਹਾਡਾ ਆਪੇ ਜੀ ਕਰੇਗਾ। ਗੁਰ ਕਿਰਪਾ ਤੇ ਹਰ ਨਿਰਭਉ ਧਿਆਇ। ਪਰਮਾਤਮਾ ਜੋ ਨਿਰਭਉ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਧਿਆਇਆ ਜਾ ਸਕਦਾ ਹੈ। ਬਿਖ ਭੋਜਨ ਸ਼ਬਦ ਤੇਰਾ ਬਣਿਆ। ਸ਼ਬਦ ਦਾ ਪਰਮਾਤਮਾ ਦਾ ਨਾਮ। ਬਿਖ ਹੁੰਦੀ ਜ਼ਹਿਰ, ਭਾਵ ਵਿਸ਼ੇ ਵਿਕਾਰ। ਭੋਜਨ ਦਾ ਭਾਵ ਸਾਗਰ। ਫਿਰ ਪਰਮਾਤਮਾ ਕੀ ਕਰਦਾ ਹੈ, ਸ਼ਬਦ ਦੇ ਨਾਲ ਜੋੜ ਕੇ ਉਹਨੂੰ ਇਸ ਭਵ ਸਾਗਰ ਤੋਂ, ਵਿਸ਼ੇ ਵਿਕਾਰਾਂ ਰੂਪੀ ਭਵ ਸਾਗਰ ਤੋਂ ਤਾਰ ਦਿੰਦਾ। ਉਹਨੂੰ ਵਿਸ਼ੇ ਵਿਕਾਰਾਂ 'ਚ ਫਸਣ ਨਹੀਂ ਦਿੰਦਾ। ਨਹੀਂ ਤਾਂ ਸੰਸਾਰ 'ਚ ਇੰਨੇ ਵਿਸ਼ੇ ਵਿਕਾਰ ਨੇ, ਕੋਈ ਨਾ ਕੋਈ ਬੰਦਾ ਕਿਸੇ ਬੁਰਾਈ 'ਚ ਫਸ ਜਾਂਦਾ ਹੈ। ਇਹ ਤਾਂ ਜੋ ਉਹਦੀ ਕਿਰਪਾ ਹੋਵੇ, ਹਰ ਵਕਤ ਨਾਮ ਵੱਲ ਧਿਆਨ ਹੋਵੇ, ਫਿਰ ਪਰਮਾਤਮਾ ਜਿਹੜਾ ਉਸ ਨਾਮ ਦੇ ਨਾਲ ਜੋੜ ਕੇ ਨਾ ਇਹਨੂੰ ਭਵ ਸਾਗਰ ਤੋਂ ਭਰ ਕਰਦਾ। ਭਾਵੇਂ ਮਨੁੱਖ ਬੁਰਾਈਆਂ ਤੋਂ ਬਚਦਾ ਹੋਇਆ ਜੀਵਨ ਜਿਉਂਦਾ ਹੈ। ਨਹੀਂ ਤਾਂ ਬੁਰਾਈਆਂ ਤੋਂ ਬਚਣਾ ਬਹੁਤ ਔਖਾ ਹੈ, ਕਿਉਂਕਿ ਪੰਜੇ ਬੁਰਾਈਆਂ ਜਨਮ ਵੇਲੇ ਹੀ ਸਾਡੇ ਅੰਦਰ ਸਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਇਹਨਾਂ ਦੀ ਗਲਤ ਵਰਤੋਂ ਹੁੰਦੀ ਉਹਨੂੰ ਕਹਿੰਦੇ ਇਹ ਬੁਰਾ ਹੈ। ਕਾਮ ਆਪਣੇ ਆਪ 'ਚ ਬੁਰਾ ਨਹੀਂ ਹੈ। ਜੇ ਬੰਦੇ ਦੇ ਅੰਦਰ ਕਾਮ ਹੀ ਨਹੀਂ ਹੋਏਗਾ ਤਾਂ ਅੱਗੇ ਔਲਾਦ ਕਿਵੇਂ ਹੋਵੇਗੀ? ਗੱਲ ਤਾਂ ਉਹਦੀ ਸਹੀ ਵਰਤੋਂ ਕਰਨ ਦੀ ਹੈ। ਹਰ ਇੱਕ ਇਹਨਾਂ ਦੀ ਸਹੀ ਵਰਤੋਂ ਨਹੀਂ ਕਰ ਸਕਦਾ, ਉਹ ਫਿਰ ਬੁਰਾਈ ਬਣ ਜਾਂਦੀ ਹੈ। ਉਹ ਬੁਰਾਈ ਬਣ ਜਾਂਦੀ। ਇਸ ਲਈ ਪਰਮਾਤਮਾ ਫਿਰ ਨਾਮ ਨਾਲ ਜੋੜ ਕੇ ਨਾ ਬੰਦੇ ਨੇ ਇਸ ਬੁਰਾਈਆਂ ਦੇ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਰਹਾਉ। ਮਨਮੁਖ ਮੁਗਧ ਕਰੈ ਚਤੁਰਾਈ। ਨਾਤਾ, ਇਹ ਨੰਨੇ ਦੇ ਪਰ 'ਚ ਹਾ। ਜੇ ਨਾਤਾ ਪੜੋ, ਨਾਤਾ ਹੁੰਦਾ ਰਿਸ਼ਤਾ। ਇਹਨੂੰ ਪੜ੍ਹਨਾ ਨਾਤਾ, ਨੰਨੇ ਦੇ ਪਰ 'ਚ ਹਾ ਲਾ ਕੇ ਪੜ੍ਹਨਾ। ਨਾਤਾ ਤੋਤਾ ਥਾਏ ਨਾ ਪਾਈ। ਜੇਹਾ ਆਇਆ ਤੇਹਾ ਜਸੇ, ਕਰ ਅਵਗਣ ਪਛੋਤਾ ਬਣਿਆ। ਜਿਹੜਾ ਮਨਮੁਖ ਹੁੰਦਾ, ਮੁਗਧ ਹੁੰਦਾ ਮਹਾਮੂਰਖ। ਮਨਮੁਖ ਮਹਾਮੂਰਖ ਹੁੰਦਾ, ਕਰਾਂ ਚਤੁਰਾਈ। ਫਿਰ ਵੀ ਆਪਣੇ ਵੱਲੋਂ ਬੜੀਆਂ ਚੁਸਤੀਆਂ ਚਲਾਕੀਆਂ ਵਰਤਦਾ ਹੈ। ਬੜੇ ਦਿਖਾਵੇ ਦੇ ਧਾਰਮਿਕ ਕਰਮ ਕਰਦਾ ਹੈ। ਤੀਰਥਾਂ 'ਤੇ ਜਾ ਕੇ ਨਹਾਉਂਦਾ ਹੈ। ਆਪਣੇ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਧੋਂਦਾ। ਥਾਂ ਨਾ ਪਾਈਂਦਾ ਕਬੂਲ ਹੋਣਾ, ਪਰ ਉਹਦਾ ਨਾਤਾ ਧੋਤਾ ਮਨਜ਼ੂਰ ਨਹੀਂ ਹੁੰਦਾ ਪਰਵਾਰ ਦਰਗਾਹ 'ਚ, ਕਿਉਂਕਿ ਉਹ ਮਨਮੁਖ ਹੈ। ਉਹ ਆਪਣੀ ਮਰਜ਼ੀ ਅਨੁਸਾਰ ਕਰਦਾ। ਜਿਵੇਂ ਗੁਰੂ ਮਹਾਰਾਜ ਕਹਿੰਦੇ ਉਵੇਂ ਨਹੀਂ ਕਰਦਾ, ਆਪਣੀ ਮਰਜ਼ੀ ਕਰਦਾ ਹੈ। ਇਸ ਲਈ ਜੋ ਕਰਮ ਮਨੁੱਖ ਆਪਣੀ ਮਰਜ਼ੀ ਨਾਲ ਕਰਦਾ ਹੈ ਉਹ ਥਾਂ ਨਹੀਂ ਪੈਂਦੇ, ਕਬੂਲ ਨਹੀਂ ਹੁੰਦੇ। ਜਿਹਾ ਆਇਆ ਤੇਹਾ ਜਸੀ। ਫਿਰ ਜਿਹੋ ਜਿਹਾ ਆਇਆ ਸੀ ਉਹੋ ਜਿਹੀ ਮੁੜ ਜਾਂਦਾ, ਕਿ ਪਰਿਵਰਤਨ ਤਾਂ ਆਈ ਨਾ ਜ਼ਿੰਦਗੀ 'ਚ। ਜਿਹੋ ਜਿਹੇ ਜੰਮੇ ਉਹੋ ਜਿਹੇ ਮਰ ਗਏ, ਫਿਰ ਜ਼ਿੰਦਗੀ ਦਾ ਪਰਿਵਰਤਨ ਨਹੀਂ ਆਇਆ। ਦੋ ਪ੍ਰਕਾਰ ਦਾ ਪਰਿਵਰਤਨ ਹੁੰਦਾ, ਇੱਕ ਚੰਗਾ ਅਤੇ ਇੱਕ ਮੰਦਾ। ਪਰਿਵਰਤਨ ਮਨੁੱਖ ਦੇ ਅੰਦਰ ਆਉਂਦਾ ਹੈ, ਕਿਸੇ ਚੰਗਾ ਕਿਸੇ 'ਚ ਮੰਦਾ। ਹੁਣ ਜਿਹੜਾ ਮਨਮੁਖ ਹੈ ਇਹ ਜਿਹੋ ਜਿਹਾ ਸੀ ਉਹੋ ਜਿਹੇ ਚਲੇ ਜਾਂਦੇ ਸੰਸਾਰ ਤੋਂ। ਇਹ 'ਚ ਕੋਈ ਸੁਧਾਰ ਨਹੀਂ ਹੁੰਦਾ। ਕਰ ਅਵਗਣ ਪਛੋਤਾਵਣੇ, ਫਿਰ ਔਗਣ ਕਰਦਾ ਹੈ। ਇਹ ਮਾੜੇ ਕੰਮ ਕਰਦਾ ਕਿਉਂਕਿ ਮਨਮੁਖ ਹੈ, ਆਪਣੀ ਮਰਜ਼ੀ ਕਰਦਾ ਹੈ। ਜੇ ਆਪਾਂ ਗੁਰੂ ਦੀ ਮਰਜ਼ੀ ਅਨੁਸਾਰ ਚੱਲਾਂਗੇ ਫਿਰ ਤਾਂ ਚੰਗੇ ਕੰਮ ਕਰਾਂਗੇ। ਜੇ ਆਪਣੀ ਮਰਜ਼ੀ ਕਰਾਂਗੇ ਤਾਂ ਫਿਰ ਮਾੜੇ ਕਰਾਂਗੇ। ਹੁਣ ਗੁਰੂ ਮਹਾਰਾਜ ਤਾਂ ਨਹੀਂ ਕਹਿੰਦੇ ਚੋਰੀ ਕਰੋ। ਇਹ ਮਨਮੁਖ ਹੈ ਇਸ ਲਈ ਚੋਰੀਆਂ ਕਰਦਾ। ਗੁਰੂ ਮਹਾਰਾਜ ਚੋਰੀ ਕਰਨ, ਡਾਕੇ ਮਾਰਨ, ਠੱਗੀਆਂ ਕਰਨ, ਮਿਲਾਵਟਾਂ ਕਰਨ, ਧੋਖਾਧੜੀ ਕਰਨ, ਰਿਸ਼ਵਤ ਲੈਣ, ਇਹੋ ਜਿਹੇ ਕੰਮ ਦੀ ਅੱਗੇ ਨਹੀਂ ਦਿੰਦੇ। ਮਨਮੁਖ ਗੁਰੂ ਦੀ ਗੱਲ ਮੰਨਦਾ ਨਹੀਂ, ਆਪਣੀ ਮਰਜ਼ੀ ਕਰਦਾ ਹੈ, ਇਸ ਲਈ ਵਕਤ ਨੂੰ ਫੜਿਆ ਰਹਿੰਦਾ ਹੈ।
ਇਹ ਮਨਮੁਖਾਂ ਨਾਲ ਹੀ ਜੇਲ੍ਹਾਂ ਭਰੀਆਂ ਹੋਈਆਂ ਨੇ। ਇਹ ਜਿੰਨੀਆਂ ਜੇਲ੍ਹਾਂ ਭਰੀਆਂ ਹੋਈਆਂ ਨੇ ਸਭ ਮਨਮੁਖਾਂ ਨਾਲ ਭਰੀਆਂ ਹੋਈਆਂ। ਆਪਣੀ ਮਰਜ਼ੀ ਕੀਤੀ, ਮਾੜੇ ਕੰਮ ਕੀਤੇ, ਫਿਰ ਜੇਲ੍ਹਾਂ ਹੋ ਗਈਆਂ। ਜਿਹੜਾ ਗੁਰਮੁਖ ਹੁੰਦਾ ਉਹ ਗੁਰੂ ਦੇ ਅਨੁਸਾਰ ਚੱਲਦਾ ਹੈ, ਅਤੇ ਗੁਰੂ ਮਹਾਰਾਜ ਤੇ ਕਦੇ ਪੁੱਠੀ ਮੱਤ ਦੇਣੀ ਨਹੀਂ। ਹੁਣ ਜਿਹੜੇ ਅੱਜ ਦੇ ਗੁਰੂ ਜਿਹੜੇ ਬਣੇ ਹੋਏ ਸਨ, ਜਿਹਨਾਂ ਨੂੰ ਜੇਲ੍ਹ ਹੋਈ ਹੈ, ਜੇ ਇਹਨਾਂ ਦੇ ਲੈਕਚਰ ਰਿਕਾਰਡ ਕੀਤੇ ਤੁਸੀਂ ਸੁਣੋ, ਬਹੁਤ ਵਧੀਆ ਲੈਕਚਰ ਕੀਤੇ ਹੋਏ ਨੇ, ਕਿਸੇ ਨੂੰ ਕੋਈ ਪੁੱਠੀ ਮੱਤ ਨਹੀਂ ਦਿੱਤੀ। ਆਪਣੇ ਚੇਲਿਆਂ ਬਾਲਕਿਆਂ ਨੂੰ ਪੁੱਠੀ ਮੱਤ ਨਹੀਂ ਦਿੱਤੀ। ਹਾਂ, ਆਪ ਉਸ ਮੱਤ 'ਤੇ ਚੱਲੇ ਨਹੀਂ, ਬਸ ਆ ਰਹਿ ਗਏ। ਅਵਰ ਉਪਦੇਸ ਆਪ ਨਾ ਕਰੈ, ਆਵਤ ਜਾਵਤ ਜਨਮ ਮਰੈ। ਦੂਜਿਆਂ ਨੂੰ ਉਪਦੇਸ਼ ਦੇਣਾ, ਆਪ ਕਰਨਾ ਨਹੀਂ ਉਸ ਤਰ੍ਹਾਂ, ਫਿਰ ਵਕਤ 'ਤੇ ਖੜਾ ਹੋਵੇਗਾ ਹੀ ਹੋਵੇਗਾ। ਫਿਰ ਵਕਤ ਖੜਾ ਹੋਵੇਗਾ ਹੀ ਹੋਵੇਗਾ। ਸੋ ਧਰਮ ਕਹਿੰਦਾ ਦੂਜੇ ਨੂੰ ਉਪਦੇਸ਼ ਬਾਅਦ 'ਚ ਦਿਓ, ਪਹਿਲਾਂ ਉਸ ਉਪਦੇਸ਼ 'ਤੇ ਆਪ ਕਮਾਈ ਕਰੋ। ਜਦੋਂ ਤੁਸੀਂ ਉਸ ਉਪਦੇਸ਼ 'ਤੇ ਚੱਲ ਸਕੋ, ਫਿਰ ਦੂਜੇ ਨੂੰ ਉਪਦੇਸ਼ ਦਿਓ। ਮੰਨ ਲਓ ਮੈਂ ਆਪ ਨਾਮ ਜਪਦੇ ਹੀ ਨਹੀਂ, ਅਤੇ ਤੁਹਾਨੂੰ ਕਦੇ ਨਾਮ ਜਪਿਆ ਕਰੋ, ਨਾਮ ਜਪਿਆ ਕਰੋ, ਉਹਦਾ ਕੀ ਅਸਰ ਹੋਣਾ? ਕਿਉਂਕਿ ਉਹ ਮੈਂ ਦਿਲੋਂ ਨਹੀਂ ਕਹਿ ਰਿਹਾ, ਉਹ ਦਿਮਾਗ ਤੋਂ ਕਹਿ ਰਿਹਾ। ਪਰਿਵਰਤਨ ਬੰਦੇ 'ਚ ਦਿਲ ਤੋਂ ਹੁੰਦਾ। ਜਦੋਂ ਕੋਈ ਦਿਲ 'ਤੇ ਗੱਲ ਲੱਗਦੀ ਹੈ ਨਾ, ਫਿਰ ਉਸ 'ਚ ਜਾ ਕੇ ਪਰਿਵਰਤਨ ਹੁੰਦਾ ਹੈ। ਸੋ ਜਿਹੜੀ ਗੱਲ ਦਿਲੋਂ ਕਹੀ ਜਾਏਗੀ, ਉਹੀ ਦੂਜੇ ਦੇ ਦਿਲ 'ਤੇ ਜਾ ਕੇ ਅਸਰ ਕਰਦੀ ਹੈ। ਜਿਵੇਂ ਇੱਕ ਮਹਾਤਮਾ ਕੋਲੇ ਇੱਕ ਮਾਂ ਆ ਗਈ ਆਪਣੇ ਬੱਚੇ ਨੂੰ ਲੈ ਕੇ, ਕਹਿੰਦੇ ਮਹਾਤਮਾ ਜੀ ਇਹ ਮੇਰਾ ਬੱਚਾ ਨਾ ਗੁੜ ਬਹੁਤ ਖਾਂਦਾ, ਫਿਰ ਸਾਉਣ ਭਾਦੋਂ ਜਿਹਨੂੰ ਫੋੜੇ ਨਿਕਲਦੇ ਨੇ, ਮੈਂ ਬੜੀ ਦੁਖੀ ਹਾਂ, ਇਹਨੂੰ ਕਹੋ ਵੀ ਗੁੜ ਨਾ ਖਾਇਆ ਕਰ। ਆਪਾਂ ਨੂੰ ਉਮੀਦ ਹੁੰਦੀ ਹੈ ਵੀ ਮਹਾਂਪੁਰਖਾਂ ਦੇ ਬੋਲਾਂ 'ਚ ਤਾਕਤ ਹੁੰਦੀ ਹੈ, ਵੀ ਉਹ ਕਹਿਣਗੇ ਬੱਚਾ ਮੰਨ ਜਾਏਗਾ, ਔਰ ਤਾਕਤ ਹੁੰਦੀ ਵੀ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਮਹਾਂਪੁਰਖ ਕਹਿੰਦੇ ਵੀ ਮਾਤਾ ਜੀ ਅਗਲੇ ਹਫ਼ਤੇ ਲੈ ਕੇ ਆਓ। ਉਹ ਅਗਲੇ ਹਫ਼ਤੇ ਲੈ ਗਏ। ਕਹਿੰਦੇ ਕਾਕਾ ਗੁੜ ਨਾ ਖਾਇਆ ਕਰ। ਕਹਿੰਦੇ ਮਹਾਤਮਾ ਜੀ ਕੀ ਆਹੀ ਗੱਲ ਤੁਸੀਂ ਇੱਕ ਹਫ਼ਤਾ ਪਹਿਲਾਂ ਨਹੀਂ ਸੀ ਕਹਿ ਸਕਦੇ? ਕਹਿੰਦੇ ਮਾਤਾ ਜੀ ਉਦੋਂ ਤਾਂ ਮੈਂ ਆਪ ਹੀ ਗੁੜ ਖਾਂਦਾ ਸੀ, ਮੈਂ ਕਿਵੇਂ ਕਹਿੰਦੇ ਨੇ ਗੁੜ ਨਾ ਖਾ? ਹੁਣ 7 ਦਿਨ ਹੋ ਗਏ ਮੈਨੂੰ ਗੁੜ ਛੱਡਿਆ ਹੋਇਆ, ਹੁਣ ਮੈਨੂੰ ਕਹਿ ਸਕਦਾ? ਇਹਨੂੰ ਕਹਿੰਦੇ ਮਹਾਤਮਾ। ਉਹਨਾਂ ਪਹਿਲਾਂ ਆਪ ਕਮਾਈ ਕੀਤੀ ਹੁੰਦੀ ਹੈ। ਆਹ ਗੁਰਬਾਣੀ ਜੋ ਕਹਿੰਦੀ ਐਵੇਂ ਨਹੀਂ, ਗੁਰੂ ਮਹਾਰਾਜ ਸਾਰਾ ਕੁਛ ਆਪ ਕਮਾਇਆ ਹੋਇਆ ਹੈ। ਆਪ ਕਮਾਈ ਕਰਕੇ ਫਿਰ ਜਿਹੜਾ ਹੈ ਨਤੀਜਾ ਨਿਕਲਿਆ, ਫਿਰ ਉਹ ਗੱਲ ਕਹੀ ਅੱਗੇ ਜਾ ਕੇ। ਨਿਰਾ ਕਹਿ ਦੇਣਾ ਹਾਂਜੀ ਨਾਮ ਜਪਣਾ ਸੁੱਖ ਮਿਲਦਾ ਹੈ, ਨਹੀਂ। ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਪੰਚਮ ਪਾਸ਼ਾ ਕਰਦੇ। ਮੈਂ ਸਿਮਰਨ ਕਰਦਾ ਸੁਖ ਪਾਉਂਦਾ ਹਾਂ। ਫਿਰ ਸਾਨੂੰ ਕਿਹਾ ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਹ ਤੋਂ ਬਾਅਦ ਸਾਨੂੰ ਕਿਹਾ ਤੇਰਾ ਭਾਣਾ ਮੀਠਾ ਲੱਗੇ। ਬੜਾ ਔਖਾ ਹੈ ਕਹਿਣਾ, ਮੰਨਣਾ ਕਿਤੇ ਔਖਾ ਹੈ, ਪਰ ਉਹਨਾਂ ਜੋ ਕਿਹਾ ਉਸ ਨੂੰ ਕਰਕੇ ਵਿਖਾ। ਤਤੀਆਂ ਤਵੀਆਂ 'ਤੇ ਬੈਠ ਗਏ। ਕੋਈ ਸਰਾਪ ਨਹੀਂ ਦਿੱਤਾ ਜਹਾਂਗੀਰ ਨੂੰ, ਨਹੀਂ। ਇਹ ਪਰਮਾਤਮਾ ਦਾ ਭਾਣਾ ਹੈ, ਉਹਦੀ ਰਜ਼ਾ ਹੈ, ਬਸ ਬੈਠੇ। ਚਲੇ ਐਵੇਂ ਨਹੀਂ ਕਿ ਤੇਰਾ ਭਾਣਾ ਮੀਠਾ ਲੱਗਾ। ਸੋ ਜਦੋਂ ਕਮਾਈ ਕਰਕੇ ਕੋਈ ਗੱਲ ਕਹੀ ਜਾਂਦੀ ਹੈ, ਫਿਰ ਉਹਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਇਹ ਜਿਹੜਾ ਹੈ ਉਪਦੇਸ਼ ਦੇਣਾ ਕੋਈ ਸੌਖਾ ਕੰਮ ਨਹੀਂ। ਮੈਂ ਤਾਂ ਕੋਈ ਉਪਦੇਸ਼ ਹੀ ਨਹੀਂ ਦੇ ਰਿਹਾ, ਇਸ ਲਈ ਮੇਰੇ ਲਈ ਸੌਖਾ। ਜੇ ਮੈਂ ਆਪਣੇ ਕੋਲੋਂ ਤੁਹਾਨੂੰ ਕੋਈ ਗੱਲ ਕਹਾਂ ਅਤੇ ਆਪ ਉਸ 'ਤੇ ਨਾ ਚੱਲਣਾ, ਫਿਰ ਔਖਾ ਹੈ। ਮੈਂ ਤਾਂ ਗੁਰੂ ਮਹਾਰਾਜ ਜੋ ਕਹਿ ਰਹੇ ਨੇ ਅੱਜ ਦੇ ਸ਼ਬਦਾਂ 'ਚ ਤੁਹਾਨੂੰ ਕਹਿ ਰਿਹਾ ਬਸ। ਗੁਰੂ ਮਹਾਰਾਜ ਨੇ ਜੋ ਕਿਹਾ ਉਸ ਨੂੰ ਅੱਜ ਦੇ ਸ਼ਬਦਾਂ 'ਚ ਮੈਂ ਤੁਹਾਨੂੰ ਦੱਸ ਰਿਹਾ ਹਾਂ।
ਆਪਣੇ ਕੋਲ ਤਾਂ ਮੈਂ ਕੁਝ ਕਹਿ ਹੀ ਨਹੀਂ ਰਿਹਾ। ਆਪਣੇ ਕੋਲ ਮੈਂ ਸਿਰਫ ਉਹੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਜਿਸ ਦਾ ਮੈਨੂੰ ਤਜਰਬਾ ਹੈ, ਜਿਹਦਾ ਮੈਨੂੰ ਸੈਲਫ ਐਕਸਪੀਰੀਅੰਸ ਹੈ। ਬਾਕੀ ਤਾਂ ਇਹ ਤਾਂ ਗੁਰੂ ਮਹਾਰਾਜ ਦਾ ਉਪਦੇਸ਼ ਹੈ ਜਿਹੜਾ ਆਪਾਂ ਸਾਰੇ ਮੰਨਣ ਦੀ ਕੋਸ਼ਿਸ਼ ਕਰਨੀ ਹੈ। ਇਹ ਨਾ ਸੋਚੋ ਕਿ ਜਿਹੜਾ ਕਥਾ ਕਰ ਰਿਹਾ ਵੀ ਇਹ ਵਾਕਈ 100% ਮੰਨਦਾ ਹੈ। ਨਹੀਂ, ਆਪਾਂ ਸਾਰੇ ਸਾਧਕ ਹਾਂ, ਆਪਾਂ ਸਾਧਨਾ ਕਰਨ ਵਾਲੇ ਹਾਂ, ਆਪਾਂ ਯਤਨਸ਼ੀਲ ਹਾਂ, ਬਸ ਰਲ ਕੇ ਲੱਗੇ ਰਹਿਣਾ। ਬਸ ਸਾਡਾ ਕੰਮ ਹੈ ਰਲ ਕੇ ਲੱਗੇ ਰਹਿਣਾ। ਬਸ ਆਪੇ ਸਮਾਂ ਪਾ ਕੇ ਗੁਰੂ ਮਹਾਰਾਜ ਕਿਰਪਾ ਕਰ ਦੇਣ। ਇਸ ਲਈ ਕਹਿੰਦੇ ਜਿਹਾ ਆਇਆ ਤੇਹਾ ਜਾਸੀ ਕਰ ਅਵਗਨ ਪਛੋਤਾਵ ਨਿਉ। ਸੋ ਜਿਹਾ ਜਿਹਾ ਆਇਆ ਮਨਮੁਖ ਉਹੇ ਜਿੱਥੋਂ ਚਲੇ ਗਿਆ ਅਤੇ ਭੈੜੇ ਕੰਮ ਕਰ ਕਰਕੇ ਫਿਰ ਪਛਤਾਉਂਦਾ ਹੈ, ਕਿਉਂਕਿ ਮਨਮਰਜ਼ੀ ਕੀਤੀ ਨਾ। ਗੁਰੂ ਮਹਾਰਾਜ ਕੇ ਚੋਰੀ ਨਹੀਂ ਕਰਨੀ, ਮਨਮੁਖ ਕਰ ਰਿਹਾ ਹੈ। ਗੁਰੂ ਮਹਾਰਾਜ ਕੇ ਮਿਲਾਵਟ ਨਹੀਂ ਕਰਨੀ, ਮਨਮੁਖ ਕਰ ਰਿਹਾ ਹੈ। ਗੁਰੂ ਮਹਾਰਾਜ ਕਿਸੇ ਨਾਲ ਠੱਗੀ ਨਹੀਂ ਕਰਨੀ, ਇਹ ਕਰ ਰਿਹਾ ਹੈ। ਸੋ ਮਨਮੁਖ ਹੁੰਦਾ ਹੀ ਉਹ ਹੈ ਜਿਹੜਾ ਗੁਰੂ ਦੇ ਕਹੇ ਦੇ ਵਿਰੁੱਧ ਚੱਲੇ, ਉਹਨੂੰ ਮਨਮੁਖ ਕਹਿੰਦੇ। ਜਿਹੜਾ ਗੁਰੂ ਦੇ ਆਖੇ ਚੱਲਦਾ ਉਹਨੂੰ ਕਹਿੰਦੇ ਨੇ ਗੁਰਮੁਖ। ਗੁਰਮੁਖ ਜਾਣ ਵੇਲੇ ਨਹੀਂ ਪਛਤਾਉਂਦਾ, ਇਹ ਮਨਮੁਖ ਨੂੰ ਪਛਤਾਉਣਾ ਪੈਂਦਾ ਹੈ। ਅੱਗੇ ਕਹਿੰਦੇ ਮਨਮੁਖ ਅੰਧੇ ਕਿਛੂ ਨ ਸੂਝੈ, ਮਰਨ ਲਿਖਾਏ ਆਏ। ਆਏ ਤੇ ਜਾ ਕੇ ਰੁਕਣਾ। ਮਰਨ ਲਿਖਾਏ ਆਏ ਨਹੀਂ ਬੂਝੈ, ਮਨਮੁਖ ਕਰਮ ਕਰੈ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਮੈ ਜਨਮ ਗਵਾ ਬਣਿਆ। ਮਨਮੁਖ ਜਿਹੜੇ ਹੁੰਦੇ ਇਹ ਅੰਨੇ ਹੁੰਦੇ ਨੇ, ਇਹਨਾਂ ਨੂੰ ਕੋਈ ਸੋਚਦੇ ਹੀ ਨਹੀਂ। ਇਹਨਾਂ ਨੂੰ ਸੋਝੀ ਹੀ ਨਹੀਂ ਕੀ ਕਰਨਾ ਕੀ ਨਹੀਂ ਕਰਨਾ, ਇਹ ਤਾਂ ਸੋਝੀ ਨਹੀਂ ਹੈ। ਜਦੋਂ ਇਹ ਸੋਝੀ ਹੈ ਕੀ ਕਰਨਾ ਅਤੇ ਕੀ ਨਹੀਂ ਕਰਨਾ, ਫਿਰ ਜੋ ਕਰਨਾ ਉਹੀ ਬੰਦਾ ਕਰੇਗਾ, ਜੋ ਨਹੀਂ ਕਰਨਾ ਫਿਰ ਨਹੀਂ ਕਰੇਗਾ। ਇਹ ਮਨਮੁਖ ਹੈ, ਇਹ ਅਗਿਆਨੀ ਹੈ, ਇਹਨੂੰ ਕੋਈ ਸੋਝੀ ਹੀ ਨਹੀਂ। ਇਹਨੂੰ ਗਿਆਨ ਹੀ ਕਿ ਮਰਨ ਲਿਖਾਏ ਆਏ, ਅਸੀਂ ਮੌਤ ਲਿਖਾ ਕੇ ਆਏ ਹਾਂ। ਮਰਨ ਮੌਤ, ਅਸੀਂ ਮੌਤ ਲਿਖਾ ਕੇ ਆਏ ਹਾਂ, ਇੱਥੇ ਸਦਾ ਨਹੀਂ ਰਹਿਣਾ ਸੀ। ਕਿਸ ਦਿਨ ਮਰਨਾ, ਕਿਸ ਕਾਰਨ ਮਰਨਾ, ਕਿਸ ਥਾਂ 'ਤੇ ਮਰਨਾ, ਉਹ ਪਹਿਲੇ ਲਿਖਿਆ ਹੋਇਆ। ਜਦੋਂ ਤਿੰਨੋਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਨਾ, ਫਿਰ ਬੰਦੇ ਦੀ ਡੈਥ ਹੋ ਜਾਂਦੀ ਹੈ। ਇਹ ਤਿੰਨੋਂ ਚੀਜ਼ਾਂ ਪਹਿਲੇ ਲਿਖੀਆਂ ਹੁੰਦੀਆਂ। ਸੋ ਗੁਰੂ ਮਹਾਰਾਜ ਕਹਿੰਦੇ ਮਨੁੱਖ ਮਰਨ ਲਿਖਾਏ ਆਏ, ਮਨੁੱਖ ਮੌਤ ਲਿਖਾ ਕੇ ਆਇਆ ਹੈ, ਨਹੀਂ ਬੂਝੇ। ਪਰ ਜਿਹੜੇ ਸੋਝੀ ਨਹੀਂ ਹੈ, ਇਹ ਤਾਂ ਕਹਿੰਦੇ ਮੈਂ ਤਾਂ ਸਦਾ ਹੀ ਰਹਿਣਾ। ਇਹਨੂੰ ਇਹ ਸੋਝੀ ਨਹੀਂ ਹੈ ਕਿ ਤੂੰ ਮੌਤ ਲਿਖਾ ਕੇ ਲੈ, ਤੂੰ ਇੱਥੇ ਸਦਾ ਨਹੀਂ ਰਹਿਣਾ, ਤੂੰ ਇੱਥੋਂ ਤੁਰ ਜਾਣਾ। ਮਨਮੁਖ ਕਰਮ ਕਰੇ ਨਹੀਂ ਪਾਏ। ਮਨਮੁਖ ਧਾਰਮਿਕ ਕਰਮ ਤੇ ਕਰਦਾ, ਪਰ ਉਹ ਪਰਮਾਤਮਾ ਦੀ ਨੂੰ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਜਿਵੇਂ ਗੁਰੂ ਕਹਿੰਦਾ ਉਵੇਂ ਨਹੀਂ ਕਰਦਾ। ਉਹ ਧਾਰਮਿਕ ਕਰਮ ਤੇ ਕਰਦਾ ਪਰ ਆਪਣੀ ਮਰਜ਼ੀ ਅਨੁਸਾਰ ਕਰਦਾ, ਇਸ ਨੂੰ ਪ੍ਰਾਪਤੀ ਨਹੀਂ ਹੁੰਦੀ। ਬਿਨ ਨਾਮੈ ਜਨਮ ਗਵਾ ਬਣਿਆ। ਨਾਮ ਜਪਣ ਤੋਂ ਬਿਨਾਂ ਉਹ ਮਨੁੱਖਾ ਜੀਵਨ ਵਿਅਰਥ ਗਵਾ ਕੇ ਚਲੇ ਜਾਂਦਾ ਹੈ। ਆਇਆ ਸੀ ਨਾਮ ਜਪਣ, ਉਹ ਜਪੇ ਹੀ ਨਹੀਂ ਹੈ, ਹੋਰ ਕੰਮਾਂ 'ਚ ਲੱਗਾ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਐ ਮੋਖ ਦੁਆਰ। ਅਣਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣੇ। ਸੱਚ ਕਰਨੀ ਸ਼ਬਦ ਹੈ ਸਾਰ। ਨਾਮ ਦਾ ਤੱਤ ਸਾਰ ਕੀ ਹੈ ਕਿ ਸੱਚ ਅਨੁਸਾਰ ਕਰਨੀ। ਸਾਡੀ ਕਰਨੀ, ਸਾਡੇ ਕਰਮ ਸੱਚ ਅਨੁਸਾਰ ਹੋਣੇ ਚਾਹੀਦੇ ਨੇ, ਝੂਠ ਅਨੁਸਾਰ ਨਹੀਂ ਹੋਣੇ ਚਾਹੀਦੇ। ਸੱਚ ਅਨੁਸਾਰ ਸਾਡੀ ਕਰਨੀ ਹੋਣੀ ਚਾਹੀਦੀ। ਇਹ ਗੁਰੂ ਦੇ ਉਪਦੇਸ਼ ਦਾ ਸਾਰ ਹੈ। ਪੂਰੇ ਗੁਰ ਪਾਈਐ ਮੋਖ ਦੁਆਰ। ਪੂਰੇ ਗੁਰੂ ਰਾਹੀਂ ਹੀ ਮੁਕਤੀ ਪ੍ਰਾਪਤ ਹੁੰਦੀ।
ਮੋਖ ਬਣੇ ਮੁਕਤੀ, ਮੁਕਤੀ ਦਾ ਦਰ ਪੂਰੇ ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ। ਅਨ ਦਿਨ ਬਾਣੀ ਸ਼ਬਦ ਸੁਣਾਏ। ਫਿਰ ਗੁਰੂ ਕੀ ਕਰਦਾ, ਦਿਨ ਰਾਤ ਉਹਨੂੰ ਬਾਣੀ ਅਤੇ ਨਾਮ ਸੁਣਾਉਂਦਾ ਜੀਵ ਨੂੰ। ਜਿਹੜਾ ਫਿਰ ਗੁਰੂ ਦੇ ਲੜ ਲੱਗਦਾ ਉਹਨੂੰ ਦਿਨ ਰਾਤ ਬਾਣੀ ਸ਼ਬਦ ਸੁਣਾਉਂਦਾ, ਬਾਣੀ ਦਾ ਉਪਦੇਸ਼ ਦਿੰਦਾ ਹੈ, ਨਾਮ ਜਪਣ ਦਾ ਉਪਦੇਸ਼ ਦਿੰਦਾ ਹੈ। ਸੱਚ ਰਾਤੇ ਰੰਗ ਰੰਗਾਵਣੇ, ਇਸ ਤਰ੍ਹਾਂ ਮਨੁੱਖ ਫਿਰ ਸੱਚ ਨਾਲ ਰੰਗਿਆ ਜਾਂਦਾ ਹੈ, ਪਰਮਾਤਮਾ ਦੇ ਨਾਲ ਪਿਆਰ ਹੋ ਜਾਂਦਾ ਹੈ, ਉਸ ਪਿਆਰ ਦਾ ਫਿਰ ਰੰਗ ਉਸ 'ਤੇ ਚੜ੍ਹਦਾ ਹੈ। ਸੋ ਇਸ ਲਈ ਭਾਈ ਇਹ ਮਨੁੱਖਾ ਜੀਵਨ ਮਿਲਿਆ, ਅਸੀਂ ਸਾਨੂੰ ਸਰੀਰ ਲੱਗਾ, ਸਾਡਾ ਪਰਿਵਾਰ ਹੈ, ਇਹਨਾਂ ਨੂੰ ਪਾਲਣਾ ਹੈ। ਪਹਿਲਾ ਕੰਮ ਹੈ ਇਹ। ਸੋ ਆਪਣੇ ਆਪ ਨੂੰ ਕਿਸੇ ਕੰਮ ਦੇ ਯੋਗ ਬਣਨਾ ਤਾਂ ਜੋ ਤੁਸੀਂ ਪੈਸਾ ਕਮਾ ਕੇ ਆਪਣੇ ਪਰਿਵਾਰ ਨੂੰ ਪਾਲ ਸਕੋ। ਪਹਿਲਾਂ ਇਹ ਕੰਮ ਕਰਨਾ। ਜਦੋਂ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨ ਦੇ ਯੋਗ ਹੋ ਗਏ, ਫਿਰ ਜਿਹੜਾ ਵੱਧ ਤੋਂ ਵੱਧ ਭਜਨ ਬੰਦਗੀ ਕਰਕੇ ਆਪਣਾ ਜੀਵਨ ਸਫਲ ਕਰਨਾ। ਜੇ ਵਿਦਿਆਰਥੀ ਨੇ ਉਹ ਠੀਕ ਹੈ, ਸਵੇਰੇ ਜਪਜੀ ਸਦਾ ਪਾਠ ਕਰ ਲਓ, ਸ਼ਾਮ ਨੂੰ ਰਹਿ ਰਸ ਕਰ ਲਓ, ਰਾਤ ਨੂੰ ਸਵੇਰੇ ਸਦਾ ਪਾਠ ਕਰ ਲਓ, ਨਾਲੇ ਇਹ ਨਹੀਂ ਬੜਾ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਕਮਾਈ ਦੇ ਯੋਗ ਬਣਾਉਣਾ ਹੈ। ਉਹਨਾਂ ਦਾ ਜ਼ਿਆਦਾ ਸਮਾਂ ਪੜ੍ਹਾਈ 'ਚ ਲੱਗਣਾ ਚਾਹੀਦਾ ਹੈ ਤਾਂ ਜੋ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਕਿਸੇ ਕਿਤੇ 'ਤੇ ਲੱਗ ਸਕਣ। ਫਿਰ ਜਦੋਂ ਨੌਕਰੀ 'ਤੇ ਲੱਗ ਜਾਣ ਜਾਂ ਕੋਈ ਕੰਮ ਕਰਨਾ ਸ਼ੁਰੂ ਕਰ ਦੇਣ, ਕੋਈ ਦੁਕਾਨਦਾਰੀ ਸ਼ੁਰੂ ਕਰ ਦੇਣ, ਕੋਈ ਹੋਰ ਕੰਮ ਸ਼ੁਰੂ ਕਰ ਦੇਣ, ਉਹਦੇ ਬਾਅਦ ਫਿਰ ਭਜਨ ਬੰਦਗੀ ਡਟ ਕੇ ਕਰਨੀ ਚਾਹੀਦੀ ਹੈ। ਇਸ ਲਈ ਸਿੱਖ ਨੂੰ ਪਹਿਲਾਂ ਕਿਰਤ ਕਰੋ, ਪਹਿਲਾਂ ਕਿਰਤ ਲਈ ਗਿਆ, ਉਹਦੇ ਬਾਅਦ ਕਿਆ ਨਾਮ ਜਪੋ। ਕਿਉਂ? ਜੇ ਪੈਸੇ ਹੀ ਨਹੀਂ ਹੋਵੇਗਾ ਤਾਂ ਨਾਮ ਕਿੱਥੋਂ ਜਪੇਗਾ? ਭੁੱਖੇ ਭਗਤ ਨ ਕੀਜੈ, ਇਹ ਮਾਲਾ ਆਪਣੀ ਲੀਜੈ। ਭੁੱਖਾ ਬੰਦਾ ਭਗਤੀ ਨਹੀਂ ਕਰ ਸਕਦਾ। ਭੁੱਖੇ ਨੂੰ ਕਿਸੇ ਪੁੱਛਿਆ ਸੀ ਤੇਰਾ ਧਰਮ ਕੀ ਹੈ, ਕਹਿੰਦਾ ਰੋਟੀ। ਭੁੱਖੇ ਨੂੰ ਰੋਟੀ ਯਾਦ ਹੈ, ਉਹਨੂੰ ਵਾਹਿਗੁਰੂ ਯਾਦ ਨਹੀਂ ਹੋਣਾ। ਇਸ ਲਈ ਪਹਿਲਾਂ ਰੋਟੀ ਦਾ ਪ੍ਰਬੰਧ ਕਰਨਾ ਹੈ, ਰੋਜ਼ਗਾਰ ਦਾ ਪ੍ਰਬੰਧ ਕਰਨਾ ਹੈ, ਫਿਰ ਨਾਮ ਜਪਣਾ ਹੈ ਤਾਂ ਜੋ ਜੀਵਨ ਲੇਖੇ ਲੱਗ ਸਕੇ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।